ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਵਿਵੇਕ ਦੇ ਉੱਤੇ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਵਿਵੇਕ। ਤੇ ਵਿਵੇਕ ਕਿਹੜਾ ਕਿਹੜਾ ਧਾਰਨ ਵਾਲਾ ਹੈ, ਕਿਹੜਾ ਵਿਵੇਕ ਸਾਨੂੰ ਸ਼ਾਂਤੀ ਲੈ ਕਰਕੇ ਸ਼ਾਂਤੀ ਪ੍ਰਦਾਨ ਕਰਨ ਵਾਲਾ ਹੈ, ਤੇ ਕਿਹੜੇ ਵਿਵੇਕ ਦੇ ਸਾਨੂੰ ਧਾਰਨੀ ਹੋਣਾ ਚਾਹੀਦਾ, ਉਹਦੇ ਉੱਤੇ ਵਿਚਾਰ ਹੈ। ਸੋ ਬਹੁਤ ਧਿਆਨ ਦੇ ਨਾਲ ਤੁਸੀਂ ਗੌਰ ਫਰਮਾ ਕਰਕੇ ਅੱਜ ਦਾ ਜਿਹੜਾ ਅਧਿਆਇ ਹੈ ਤੁਸੀਂ ਸਰਵਣ ਕਰੋ। ਇਹਦੇ ਵਿੱਚ 7 ਤੋਂ 8 ਸ਼ਲੋਕ ਹੀ ਨੇ, ਸੋ ਇਹ ਮਹਾਰਾਜ ਦੀ ਕਿਰਪਾ ਨਾਲ ਛੇਤੀ ਆਪਾਂ ਕਵਰ ਕਰ ਲਾਂਗੇ, ਪਰ ਇਹਨੂੰ ਸਾਰੇ ਜ਼ਿੰਦਗੀ ਲੱਗ ਜਾਂਦੀ ਹੈ ਪਕਾਉਣ ਲਈ। ਸੋ ਇਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰੇ। ਹਾਂਜੀ, ਤੇ ਜਰੂਰ ਸਵਾਲ ਪੁੱਛਣਾ ਹੈ ਆਪ ਜੀ ਨੇ ਅੰਤ ਦੇ ਵਿੱਚ ਜੀ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਾਮੇ ਅਕਾਮੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਾਮੇ ਅਕਾਮੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਾਮੇ ਅਕਾਮੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 11वां अध्याय विवेक। भाव अभाव विकार च स्वभावात् इत निश्चयी, निर्विकार गत कलेश है, सुखेन एव उपशाम्यत। ਸੋ ਸੰਸਾਰ 'ਚ ਆਪਾਂ ਦੋ ਹੀ ਚੀਜ਼ਾਂ ਦੇਖਦੇ ਹਾਂ। ਹਾਂਜੀ, ਇਹ ਆਪਣੇ ਐਕਸਪੀਰੀਅੰਸ ਦੇ ਵਿੱਚ ਤੁਸੀਂ ਲਿਆ ਕਰਕੇ ਇਸ ਗੱਲ ਨੂੰ ਸਰਵਣ ਕਰੋ। ਦੋ ਚੀਜ਼ਾਂ ਹੁੰਦੀਆਂ, ਕੋਈ ਚੀਜ਼ ਦੀ ਹੋਂਦ ਹੈ ਤੇ ਇੱਕ ਹੈ ਉਹਦੀ ਅਣਹੋਂਦ। ਕੋਈ ਚੀਜ਼ ਹੋਣਾ ਤੇ ਨਹੀਂ ਹੋਣਾ, ਇਹ ਦੋ ਚੀਜ਼ਾਂ ਹੀ ਹੁੰਦੀਆਂ ਨੇ। ਤੇ ਨਹੀਂ ਹੋਣਾ ਵੀ ਹਮੇਸ਼ਾ ਨਹੀਂ ਰਹਿੰਦਾ ਤੇ ਹੋਣਾ ਵੀ ਹਮੇਸ਼ਾ ਨਹੀਂ ਰਹਿੰਦਾ। ਜਿਵੇਂ ਸਾਡਾ ਬਾਲਪਨ ਸੀ, ਉਹ ਸੀ ਕਿਸੇ ਸਮੇਂ, ਪਰ ਹੁਣ ਨਹੀਂ ਹੈ। ਤੇ ਹੁਣ ਜੋ ਅਵਸਥਾ ਸਰੀਰ ਦਾ ਹੈ, ਇਹ ਅੱਗੇ ਨਹੀਂ ਹੋਵੇਗੀ। ਸੋ ਇਸ ਕਰਕੇ ਜੋ ਚੀਜ਼ ਹਮੇਸ਼ਾ ਹੀ ਬਦਲਦੀ ਰਹਿੰਦੀ ਹੈ, ਉਹ ਸਥਿਰ ਨਹੀਂ ਰਹਿੰਦੀ। ਤੇ ਜਿਹੜੀ ਚੀਜ਼ ਸਥਿਰ ਨਹੀਂ ਰਹਿੰਦੀ, ਉਸ ਚੀਜ਼ ਦੇ ਉੱਤੇ ਆਪਾਂ ਵਿਵੇਕ ਕਿਵੇਂ ਲਈਏ? ਆਓ, ਸਰੀਰ ਦੇ ਉੱਤੇ ਤਾਂ ਵਿਵੇਕ ਲਾਗੂ ਨਹੀਂ ਹੋ ਸਕਦਾ, ਕਿਉਂਕਿ ਸਰੀਰ ਹੀ ਬਾਰ-ਬਾਰ ਬਦਲ ਰਿਹਾ। ਤੇ ਫਿਰ ਵਿਵੇਕ ਕਿਹਦਾ ਧਾਰਨਾ ਚਾਹੀਦਾ? ਕਿਹੜਾ ਵਿਵੇਕ ਸਾਨੂੰ ਅਵਿਨਾਸ਼ੀ ਪਦ ਤੱਕ ਲੈ ਕਰਕੇ ਜਾਊਗਾ? ਅਸ਼ਟਾਵਕਰ ਮਹਾਰਾਜ ਇਹੀ ਗੱਲ ਦੱਸਦੇ ਨੇ, ਕਹਿੰਦੇ ਨੇ ਕਿ ਹੋਂਦ ਅਤੇ ਅਨਹੋਂਦ ਹਮੇਸ਼ਾ ਹੀ ਬਦਲਾਵ ਦੇ ਵਿੱਚ ਰਹਿੰਦੀਆਂ ਨੇ। ਅੰਗਰੇਜ਼ ਦੇ ਕਿਸੇ ਲਿਖਾਰੀ ਨੇ ਵੀ ਗੱਲ ਕਹੀ ਹੈ ਕਿ ਓਨਲੀ ਦ ਥਿੰਗ ਵਿਚ ਇਜ਼ permanent is change. The only thing which is permanent is change. ਅਸ਼ਟਾਵਕਰ ਜੀ ਨੇ ਇਹੀ ਗੱਲ ਕਹੀ ਹੈ। ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ? ਜੋ ਦਿਸੈ ਸਭ ਆਵਣ ਜਾਣੀ। ਜੋ ਅੱਖਾਂ ਦੇ ਨਾਲ ਆਪਾਂ ਦੇਖ ਰਹੇ ਹਾਂ ਸੰਸਾਰ ਨੂੰ, ਹਮੇਸ਼ਾ ਹੀ ਇਹਦਾ ਆਕਾਰ ਇਸ ਪ੍ਰਕਾਰ ਨਹੀਂ ਰਹਿਣਾ ਜਿਵੇਂ ਅੱਜ ਹੈ। ਪਿਛਲੇ 10 ਸਾਲ ਪਹਿਲਾਂ ਆਪਾਂ ਦੇਖਦੇ ਹਾਂ, ਹੁਣ ਆਪਾਂ ਇੱਥੇ ਰਹਿੰਦੇ ਹਾਂ ਆਸਟ੍ਰੇਲੀਆ ਦੇ ਵਿੱਚ, ਇੱਥੇ ਕਾਫੀ ਕੰਸਟਰਕਸ਼ਨ ਚੱਲਦੀ ਰਹਿੰਦੀ ਹੈ ਹਨਾ। ਸਾਲ ਦੇ ਵਿੱਚ ਆਪਾਂ ਦੇਖ ਲੈਂਦੇ ਸਾਰਾ ਦਾ ਸਾਰਾ ਸਬਬ ਨਵਾਂ ਖੜਾ ਹੋ ਜਾਂਦਾ। ਤੇ ਉਸੇ ਸਬਬ ਦੇ ਵਿੱਚ ਪਹਿਲਾਂ ਖੇਤੀ ਹੁੰਦੀ ਸੀ, ਸਰੋਂ ਬੀਜੇ ਜਾਂਦੇ ਸੀ, ਤੇ ਅੱਜ ਉੱਥੇ ਬੱਚੇ ਖੇਡਦੇ ਆ ਹਨਾ। ਥੋੜੇ ਸਾਲਾਂ ਦੇ ਵਿੱਚ ਉਹ ਜਗ੍ਹਾ ਵੀ ਨਸ਼ਟ ਹੋ ਜੂਗੀ। ਸੋ ਇਹ ਜੋ ਸੰਸਾਰ ਹੈ ਹਮੇਸ਼ਾ ਹੀ ਚਲੰਤ ਹੈ। ਇਹਨੂੰ ਕਈ ਸੂਫੀ ਲਿਖਾ ਰਿਹਾ ਕਿ ਜਿਵੇਂ ਨਦੀ ਦਾ ਪਾਣੀ ਹੈ, ਨਦੀ ਵੀ ਹਮੇਸ਼ਾ ਰਹਿਣ ਵਾਲੀ ਨਹੀਂ, ਤੇ ਉਹਦੇ ਵਿੱਚ ਜਿਹੜਾ ਪਾਣੀ ਹੈ ਵਗਦਾ ਰਹਿੰਦਾ ਹੈ, ਉਹ ਵੀ ਹਮੇਸ਼ਾ ਚਲੰਤ ਰਹਿੰਦਾ। ਨਵਾਂ ਨਵਾਂ ਪਾਣੀ ਪਿੱਛੋਂ ਆਈ ਜਾਂਦਾ, ਹਰ ਸੈਕਿੰਡ ਦੇ ਵਿੱਚ ਆਈ ਜਾਂਦਾ। ਨਾ ਨਦੀ ਰਹਿਣ ਵਾਲੀ ਹਮੇਸ਼ਾ ਹੈ, ਨਾ ਉਹਦੇ ਵਿੱਚ ਪਾਣੀ ਦਾ ਜਿਹੜਾ ਵੇਗ ਹੈ ਉਹ ਵੀ ਬਦਲਦਾ ਰਹਿੰਦਾ, ਨਵਾਂ ਪਾਣੀ ਆਈ ਜਾਂਦਾ ਪਿੱਛੋਂ। ਇਵੇਂ ਸੰਸਾਰ ਹੈ। ਸੰਸਾਰ ਇੱਕ ਨਦੀ ਹੈ ਤੇ ਅਸੀਂ ਇਹਦੇ ਵਿੱਚ ਪਾਣੀ ਵਾਂਗ, ਜਿਹੜਾ ਕਾਲ ਹੈ ਉਹ ਪਾਣੀ ਵਾਂਗ ਹੈ। ਸਾਡਾ ਸਰੀਰ ਵੀ ਇੱਕ ਪਾਣੀ ਵਾਂਗ ਹੈ, ਹਮੇਸ਼ਾ ਹੀ ਇਹਦੇ ਵਿੱਚ ਚੱਲਦਾ ਰਹਿੰਦਾ।
सो जो दिसै सब आवण जानी, होंदी को अनहोंदी हिरै। होंदी को अणहोंदी हिरै, गुरबाणी कह रही है। जो चीज हुण है, हिरै ਦਾ ਭਾਵ ਹੈ ਨਸ਼ਟ ਕਰਨ ਵਾਲਾ, ਉਹਨੂੰ ਅਨਹੋਂਦ ਨਸ਼ਟ ਕਰ ਦਿੰਦਾ ਹੈ, ਅਨਹੋਂਦ ਨੂੰ ਫਿਰ ਹੋਂਦ ਨਸ਼ਟ ਕਰ ਦਿੰਦਾ ਹੈ। ਵੀਰ ਜੀ ਨੂੰ ਮੈਸੇਜ ਕਰ ਦੂੰਗਾ, ਦੋ ਸੇਮ ਤੋਂ ਅਟੈਂਡ ਕਰ ਲਓ। ਹਾਂ, ਤੇ ਇਹ ਕਿਰਿਆ ਜਿਹੜੀ ਹੈ ਚਲਦੀ ਰਹਿੰਦੀ ਹੈ। ਫਿਰ ਜੋ ਉਪਜੈ ਸੋ ਸਗਲ ਵਿਨਾਸ਼ੈ, ਰਹਿ ਨ ਕਉ ਪਾਵੈ। ਹੁਣ ਆਪਾਂ ਜ਼ਿਆਦਾਤਰ ਆਪਣੇ ਸਰੀਰ ਨਾਲ ਹੀ ਜੁੜੇ ਹੋਏ ਹਾਂ। ਕੋਈ ਮਹਾਂਪੁਰਖ ਹੀ ਹੈ ਜਿਹੜਾ ਆਪਣੇ ਸਰੀਰ ਦੇ ਨਾਲ ਨਹੀਂ ਜੁੜਦਾ, ਆਪਣੇ ਆਤਮ ਸਰੂਪ ਨਾਲ ਜੁੜਦਾ ਹੈ। ਜੋ ਉਪਜੈ ਸੋ ਸਗਲ ਵਿਨਾਸ਼ੈ। ਜਿਹਦੀ ਸੇਵਾ ਲਾਈ ਹੈ ਪਾਰ ਬ੍ਰਹਮ ਪਰਮੇਸ਼ਰ ਨੇ, ਬ੍ਰਹਮਾ ਜੀ ਦੀ ਸੇਵਾ ਲਾਈ ਕਿ ਸ੍ਰਿਸ਼ਟੀ ਦੀ ਸਾਜਣਾ ਕਰੋ। ਨਾ ਸ੍ਰਿਸ਼ਟੀ ਰਹਿਣ ਵਾਲੀ ਹੈ ਤੇ ਨਾ ਬ੍ਰਹਮਾ ਰਹਿਣ ਵਾਲੇ ਹਨ। ਬ੍ਰਹਮਾ ਜੀ ਵੀ ਬਦਲਦੇ ਰਹਿੰਦੇ ਨੇ। ਹਾਂਜੀ, ਜਦ ਉਹ ਆਪਣਾ ਉਮਰ ਭੋਗ ਲੈਂਦੇ ਆ ਤੇ ਫਿਰ ਅਗਲਾ ਜੋ ਬ੍ਰਹਮਾ ਬਣਦਾ ਹੈ ਉਹ ਹੋਰ ਹੁੰਦਾ ਹੈ। ਇਵੇਂ ਸ਼ਿਵ ਜੀ ਵੀ ਕੋਈ ਹੋਰ ਹੁੰਦਾ ਹੈ, ਵਿਸ਼ਨੂੰ ਜੀ ਵੀ ਕੋਈ ਹੋਰ ਹੁੰਦੇ ਨੇ। ਇਵੇਂ ਦੇਵਤੇ ਜਿਹੜੇ ਤਿੰਨ ਨੇ, ਜਦ ਇਹ ਵੀ ਬਦਲਦੇ ਰਹਿੰਦੇ ਆ ਤੇ ਸੰਸਾਰ ਦਾ ਕੀ ਕਹਿਣਾ। ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸੰਸਾਰ ਤਾਂ ਇਸ ਤਰੀਕੇ ਨਾਲ ਹੈ ਜਿਵੇਂ ਪਾਣੀ ਦੇ ਵਿੱਚ ਬੁਲਬੁਲੇ ਹੋਣ। ਸੋ ਇਸ ਦੇ ਨਾਲ ਮੋਹ ਲਾ ਕਰਕੇ ਕੀ ਫਾਇਦਾ ਜਦ ਇਹਨੇ ਬਦਲ ਹੀ ਜਾਣਾ ਹੈ। ਹੋਣਾ ਹੈ ਸੋ ਹੋਈ ਹੈ। ਇਸ ਕਰਕੇ ਗੁਰਮੁਖੋ ਨਿਸ਼ਚਾ ਕਰੋ ਇਸ ਗੱਲ ਦਾ ਕਿ ਸੰਸਾਰ ਦੇ ਰਿਸ਼ਤੇਦਾਰ, ਸਖੀ ਸੰਬੰਧੀ ਤੇ ਨਾ ਇਹ ਸਰੀਰ ਤੇ ਨਾ ਪਦਵੀਆਂ ਕਦੇ ਹੋਣ ਵਾਲੀਆਂ ਹਨ ਹਮੇਸ਼ਾ। ਸੋ ਜੇ ਕੋਈ ਕਿਸੇ ਦੀ ਉਸਤਤ ਕਰ ਦੇਵੇ, ਨਾ ਉਹ ਉਸਤਤ ਹਮੇਸ਼ਾ ਰਹਿਣ ਵਾਲੀ ਹੈ, ਨਾ ਨਿੰਦਿਆ ਹਮੇਸ਼ਾ ਰਹਿਣ ਵਾਲੀ ਹੈ, ਨਾ ਸੁੱਖ ਦੁੱਖ ਹਮੇਸ਼ਾ ਰਹਿਣ ਵਾਲੇ ਨੇ। ਤੇ ਜਿਹੜੇ ਸਰੀਰ ਦਾ ਅਸੀਂ ਮਾਣ ਕਰਦੇ ਹਾਂ ਉਹ ਤਾਂ ਹਮੇਸ਼ਾ ਹੀ ਬਦਲਦਾ ਰਹਿੰਦਾ ਹੈ। ਅੱਜ ਅਸੀਂ ਤਾਕਤਵਰ ਮਹਿਸੂਸ ਕਰਦੇ ਹਾਂ ਤੇ ਕੱਲ ਸਵੇਰੇ ਉੱਠ ਕੇ ਦੇਖੀਏ ਤਾਂ ਸਰੀਰ ਦੇ ਵਿੱਚ ਗੜਾਕੇ ਨਿਕਲਦੇ ਆ, ਤੇ ਫਿਰ ਆਪਾਂ ਕਹਿੰਦੇ ਆ ਸਾਡੀ ਸਰੀਰ 'ਚ ਸ਼ਕਤੀ ਨਹੀਂ, ਅੱਜ ਮੈਂ ਕੰਮ ਨਹੀਂ ਕਰਨਾ। ਤੇ ਇੰਨਾ ਇਹਦੇ ਵਿੱਚ ਬਦਲਾਵ ਹੈ, ਤੇ ਕਿਹੜੀ ਚੀਜ਼ ਦਾ ਆਪਾਂ ਇਹਦੇ ਵਿੱਚ ਮਾਣ ਕਰੀਏ। ਸੋ ਕਿਉਂ ਨਾ ਉਸ ਚੀਜ਼ ਦੇ ਨਾਲ ਜੁੜ ਜਾਈਏ ਜਿਹੜੀ ਹਮੇਸ਼ਾ ਹੀ ਰਹਿਣ ਵਾਲੀ ਹੈ। ਹਾਂਜੀ। ईश्वर है सर्व निर्माता, नैहान्य इत निश्चयी। अंतर गलत सर्व आशा है, शांत है कव अप न सजते। ਮਹਾਰਾਜ ਕਹਿ ਰਹੇ ਨੇ ਅਸ਼ਟਾਵਕਰ ਜੀ ਕਿ हे ਰਾਜਾ ਜਨਕ, ਤੂੰ ਦੇਖ ਤਾਂ ਸਹੀ, ਨਾ ਮੈਂ ਇੱਥੇ ਕੁਝ ਕਰਨ ਵਾਲਾ ਹਾਂ, ਨਾ ਤੂੰ ਕੁਝ ਕਰਨ ਵਾਲਾ ਹੈ, ਤੇ ਨਾ ਹੀ ਜਿਹੜੇ ਪਹਿਲਾਂ ਅਵਤਾਰ ਆਏ ਸੀ, ਨਾ ਹੁਣ ਉਹ ਕੁਝ ਕਰ ਸਕਦੇ ਨੇ। ਉਹ ਆਏ ਸੀ ਤੇ ਹੁਣ ਉਹ ਕਿੱਥੇ ਗਏ, ਭਾਵ ਉਹ ਦਿਸਦੇ ਤਾਂ ਹੈ ਨਹੀਂ। ਵੱਡੇ ਵੱਡੇ ਮਹਾਂਪੁਰਖ ਆਉਂਦੇ ਆ ਪਰ ਹੁਣ ਦਿਸਦੇ ਨਹੀਂ, ਕਿੱਥੇ ਗਏ। ਪਰ ਕਿਹੜੀ ਚੀਜ਼ ਹਮੇਸ਼ਾ ਹੀ ਰਹਿਣ ਵਾਲੀ ਹੈ, ਉਹ ਹੈ ਅਕਾਲ ਪੁਰਖ ਪਰਮੇਸ਼ਰ। ਤੇ ਉਹੀ ਕਰਤਾ ਹੈ, ਉਹੀ ਸਭ ਕੁਝ ਕਰਨ ਵਾਲਾ ਹੈ। ਤੇ ਕਿਉਂ ਨਾ ਆਪਾਂ ਉਸ ਦੇ ਨਾਲ ਹੀ ਜੁੜ ਜਾਈਏ। ਕਿਉਂ ਨਾ ਆਪਣਾ ਨਿੱਜ ਸਰੂਪ ਸਾਨੂੰ ਯਾਦ ਰਵੇ ਹਮੇਸ਼ਾ, ਜੋ ਪਾਰ ਬ੍ਰਹਮ ਪਰਮੇਸ਼ਰ ਆਤਮ ਰੂਪ ਹੋ ਕਰਕੇ ਸਾਰਿਆਂ ਦੇ ਹਿਰਦੇ ਨੂੰ ਪ੍ਰਕਾਸ਼ਿਤ ਕਰਦਾ ਹੈ। ਕਿਉਂ ਨਾ ਆਪਾਂ ਉਸ ਦੇ ਨਾਲ ਜੁੜੀਏ। ਮਹਾਰਾਜ ਕਹਿੰਦੇ ਨੇ ਕਿ ਏਕੋ ਕਰਤਾ ਜਿਨ ਜਗ ਕੀਆ। ਉਸ ਕਰਤਾ ਪੁਰਖ ਨੇ ਹੀ ਸੰਸਾਰ ਦੀ ਰਚਨਾ ਰਚੀ ਹੈ। ਉਸ ਨੇ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੇ ਦੇਵਤੇ, ਲੱਖਾਂ ਕਰੋੜਾਂ ਦੇਵਤੇ, ਇਹਨਾਂ ਦੀ ਕੋਈ ਗਿਣਤੀ ਹੀ ਨਹੀਂ। ਜਿੰਨੇ ਬ੍ਰਹਮੰਡ ਨੇ ਉਹਨੇ ਹੀ ਇਹਨਾਂ ਦੇ ਆਕਾਰ ਨੇ। ਸੋ ਜਦ ਇੰਨੇ ਸੰਸਾਰ ਦੀ ਮਹਾਰਾਜ ਨੇ ਰਚਨਾ ਕਰਤੀ, ਤੇ ਅਸੀਂ ਇਹ ਕਿਉਂ ਸਮਝਦੇ ਹਾਂ ਕਿ ਜੋ ਅਸੀਂ ਇਸ 80 ਜਾਂ 100 ਸਾਲ ਦੀ ਜਿਹੜੀ ਉਮਰ ਹੈ ਇਹਦੇ ਵਿੱਚ ਜੋ ਅਸੀਂ ਕਰ ਰਹੇ ਹਾਂ ਇਹ ਸਾਡੇ ਕਰਕੇ ਹੋ ਰਿਹਾ ਹੈ। ਮਹਾਰਾਜ ਕਹਿ ਰਹੇ ਨੇ ਏਕੋ ਕਰਤਾ ਅਵਰ ਨਾ ਕੋਏ। ਜੋ ਕੁਝ ਪਾਰ ਬ੍ਰਹਮ ਪਰਮੇਸ਼ਰ ਕਿਸੇ ਨੂੰ ਬੁੱਧੀ ਦਿੰਦਾ ਹੈ ਉਸ ਪ੍ਰਕਾਰ ਨਾਲ ਉਹ ਇਸ ਸੰਸਾਰ ਦੇ ਵਿੱਚ ਕੰਮ ਕਰਦਾ ਹੈ। ਤੇ ਇਕੱਲੇ ਬੁੱਧੀ ਦੇ ਨਾਲ ਨਹੀਂ, ਉਹ ਸ਼ਕਤੀ ਜੋ ਹੈ ਬੰਦੇ ਦੇ ਵਿੱਚ, ਉਹ ਵੀ ਸ਼ਕਤੀ ਪਾਰ ਬ੍ਰਹਮ ਪਰਮੇਸ਼ਰ ਦੀ ਹੈ। ਕਰਨ ਕਰਾਵਨ ਹਾਰ ਸਮਰੱਥਾ, ਕਿਆ ਨਾਨਕ ਜੰਤ ਵਿਚਾਰਾ। ਉਹ ਅਕਾਲ ਪੁਰਖ ਪਰਮੇਸ਼ਰ ਸਾਰਿਆਂ ਨੂੰ ਸਮਰੱਥਾ ਬਖਸ਼ਣ ਵਾਲਾ ਹੈ। ਜੋ ਜੀਵ ਆਤਮਾ ਹੈ ਉਹ ਕੀ ਕਰ ਸਕਦਾ ਹੈ, ਉਹਦੇ ਹੱਥ ਵਿੱਚ ਕੁਝ ਵੀ ਨਹੀਂ। ਹਾਂਜੀ। आपद है संपद है काले, देवात एव
इत निश्चयी तृप्तः स्वस्थ इंद्रियः नित्यं न वांछत न शौचत। ਜਦ ਉਹ ਇਸ ਨਿਸ਼ਚੇ ਵਾਲਾ ਹੋ ਜਾਵੇ, ਕੋਈ ਗੁਰਮੁਖ ਕੋਈ ਭਗਤ ਇਸ ਨਿਸ਼ਚੇ 'ਚ ਹੋ ਜਾਵੇ ਕਿ ਬਈ ਮੇਰੇ ਨਾਲ, ਮੇਰੇ ਕਰਨ ਦੇ ਨਾਲ ਤਾਂ ਕੁਝ ਵੀ ਨਹੀਂ ਹੋਣਾ, ਤੇ ਫਿਰ ਉਹ ਸੰਸਾਰ ਦੇ ਵਿੱਚ ਜੋ ਵੀ ਪਦਾਰਥ ਨੇ, ਸੁੱਖ ਨੇ, ਦੁੱਖ ਨੇ, ਉਹਨਾਂ ਦੇ ਨਾਲ ਆਸਕਤ ਨਹੀਂ ਹੁੰਦਾ, ਭਾਵ ਜੁੜਦਾ ਨਹੀਂ, ਨਾ ਆਪਣੇ ਮਨ ਨੂੰ ਜੋੜਦਾ ਹੈ। ਤੇ ਤਨ ਕਰਕੇ ਤਾਂ ਸਾਰੇ ਕਰਮ ਕਰਨੇ ਹੀ ਪੈਂਦੇ ਨੇ। ਅੱਗੇ ਆ ਕਰਕੇ ਅਸ਼ਟਾਵਕਰ ਜੀ ਦੱਸਣਗੇ ਕਿ ਕਰਮ ਕਿਸ ਪ੍ਰਕਾਰ ਕਰਨੇ ਆ। ਪਰ ਹੁਣ ਜਿਹੜਾ ਸਮਝਾਉਣ ਦੀ ਉਹ ਕੋਸ਼ਿਸ਼ ਕਰ ਰਹੇ ਨੇ, ਦੱਸ ਰਹੇ ਨੇ ਸਾਨੂੰ, ਕਹਿੰਦੇ ਕਿ ਸੁਖ ਦੁੱਖ ਪੁਰਬ ਜਨਮ ਕੇ ਕੀਏ। ਜਿਵੇਂ ਕਿਸੇ ਬੰਦੇ ਨੂੰ ਪਿੱਛੋਂ ਧੱਕਾ ਪੈ ਜਾਵੇ ਤੇ ਉਹ ਬੰਦਾ ਉਸ ਮੋਮੈਂਟਮ ਦੇ ਨਾਲ, ਵੇਗ ਦੇ ਨਾਲ ਅੱਗੇ ਨੂੰ ਭੱਜਿਆ ਜਾਂਦਾ ਹੈ ਨਾ। ਤੇ ਕਈ ਵਾਰੀ ਉਹ ਕਿਸੇ ਚੀਜ਼ ਨੂੰ ਫੜ ਵੀ ਲੈਂਦਾ ਸੰਭਲਣ ਲਈ, ਪਰ ਕਈ ਵਾਰੀ ਡਿੱਗ ਵੀ ਜਾਂਦਾ ਹੈ। ਇਵੇਂ ਹੀ ਅਕਾਲ ਪੁਰਖ ਪਰਮੇਸ਼ਰ ਨੇ ਪਿੱਛੋਂ ਸਾਨੂੰ ਧੱਕਾ ਦਿੱਤਾ ਹੋਇਆ ਹੈ, ਉਹਨੂੰ ਆਪਾਂ ਕਰਮ ਕਹਿੰਦੇ ਹਾਂ। ਤੇ ਉਹਦੇ ਧੱਕੇ ਦੇ ਗਤੀ ਦੇ ਨਾਲ ਜੋ ਜੋ ਇਸ ਸਰੀਰ ਦੇ ਨਾਲ ਕਿਰਿਆ ਹੋਈ ਜਾਂਦੀ ਹੈ, ਉਹ ਸੁਭਾਵਿਕ ਹੀ ਹੋਈ ਜਾਂਦਾ ਹੈ। ਪਰ ਕਈ ਵਾਰੀ ਉਹ ਕਿਰਿਆ ਕਰਦੇ ਹੋਏ ਅਸੀਂ ਕਿਸੇ ਚੀਜ਼ ਦਾ ਸਹਾਰਾ ਲੈ ਕਰਕੇ ਫੜ ਵੀ ਲੈਂਦੇ ਹਾਂ ਤੇ ਆਪਾਂ ਬਚ ਜਾਂਦੇ ਹਾਂ, ਪਰ ਕਈ ਵਾਰੀ ਅਸੀਂ ਡਿੱਗਦੇ ਵੀ ਹਾਂ। ਤੇ ਇਹ ਲੜੀ ਚਲਦੀ ਰਹਿੰਦੀ ਹੈ ਜਦ ਤੱਕ ਇਹ ਸਰੀਰ ਦੇ ਵਿੱਚ ਸਵਾਸ ਦਿੱਤੇ ਅਕਾਲ ਪੁਰਖ ਨੇ। ਸੋ ਪਿੱਛੋਂ ਜੋ ਪ੍ਰਾਰਬਧ ਦਾ ਧੱਕਾ ਦਿੱਤਾ ਹੋਇਆ, ਕਰਮਾਂ ਦਾ ਧੱਕਾ ਦਿੱਤਾ ਹੋਇਆ, ਉਹੀ ਕਿਰਿਆਮਨ ਕਰਮ ਬਣ ਜਾਂਦੇ ਨੇ। ਕਿਰਿਆਮਨ ਸੰਚਿਤ ਦੇ ਵਿੱਚ ਇਕੱਠੇ ਹੋ ਜਾਂਦੇ ਨੇ। ਤੇ ਜਦ ਆਪਾਂ ਹਉ ਕਰਤਾ ਦੀ ਭਾਵਨਾ ਰੱਖਦੇ ਹਾਂ ਕਿ ਜੋ ਡਿੱਗਦੇ ਸੰਭਲਦੇ ਹੋਏ ਜੋ ਆਪਾਂ ਕਿਰਿਆ ਕਰ ਰਹੇ ਹਾਂ ਇਹ ਮੈਂ ਕਰਦਾ, ਤੇ ਫਿਰ ਆਪਾਂ ਇਹ ਕਿਉਂ ਨਹੀਂ ਦੇਖਦੇ ਕਿ ਪਿੱਛੋਂ ਜਿਹੜਾ ਧੱਕਾ ਪਿਆ ਸੀ ਉਹ ਤਾਂ ਅਕਾਲ ਪੁਰਖ ਨੇ ਮਾਰਿਆ ਸੀਗਾ ਪਹਿਲਾਂ, ਹੈਨਾ। ਜੇਹਾ ਬੀਜੈ ਸੋ ਲੂਣੈ ਕਰਮਾ ਸੰਧੜਾ ਖੇਤ। ਸੋ ਮਹਾਰਾਜ ਕਹਿੰਦੇ ਨੇ ਜੋ ਆਪਣੇ ਹਉਮੈ ਰੱਖ ਕਰਕੇ ਕੋਈ ਕਿਰਿਆ ਕਰੇ, ਫਿਰ ਉਹ ਕਰਮਾਂ ਦੇ ਵਿੱਚ ਫਿਰ ਜੁੜ ਜਾਂਦਾ ਹੈ, ਆ ਉਹ ਇਸ ਲੜੀ ਦੇ ਵਿੱਚ ਲੱਗਿਆ ਹੀ ਰਹਿੰਦਾ ਹੈ। ਪ੍ਰਾਰਬਧ ਕਰਮ, ਸੰਚਿਤ ਕਰਮ, ਮਾਫ ਕਰਿਓ, ਪ੍ਰਾਰਬਧ ਕਰਮ, ਕਿਰਿਆਮਨ ਕਰਮ, ਫਿਰ ਸੰਚਿਤ ਕਰਮ। ਆਪਾਂ ਆਮ ਸੁਣਦੇ ਹਾਂ ਤੇ ਇਹ ਗੱਲ ਸੱਤ ਵੀ ਹੈ ਕਿ ਜਦ ਕੋਈ ਗੁਰੂ ਵਾਲਾ ਬਣ ਜਾਵੇ ਤੇ ਉਹਦੇ ਕਰਮ ਮਹਾਰਾਜ ਸਾਰੇ ਨਾਸ਼ ਕਰ ਦਿੰਦੇ ਨੇ। ਮੰਨਿਆ ਜਾਂਦਾ ਹੈ ਮਨੁੱਖ ਦੀ ਦੇਹ ਤਦ ਪ੍ਰਾਪਤ ਹੁੰਦੀ ਹੈ ਕਿ ਜਦ ਇਹਦੇ ਕਰਮ ਨਿਊਟਰਲ ਹੋ ਗਏ ਹੋਣ। ਹਾਂਜੀ, ਤੇ ਫਿਰ ਇਹਨੂੰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤੇ ਫਿਰ ਇਹ ਨਾਮ ਜਪਣ ਲੱਗਦਾ ਹੈ। ਤੇ ਅੰਮ੍ਰਿਤ ਸੰਚਾਰ ਦੇ ਵਿੱਚ ਪੰਜ ਪਿਆਰੇ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਹੁਣ ਤੁਹਾਡੇ ਸਾਰੇ ਕਰਮ ਨਾਸ਼ ਹੋਏ ਨੇ, ਹੁਣ ਤੋਂ ਤੁਹਾਡੇ ਕਰਮ ਨਹੀਂ ਬਣਨੇ। ਪਰ ਉਹ ਸਿਰਫ ਕੇਵਲ ਕਹਿਣ ਕਰਕੇ ਨਹੀਂ ਹੁੰਦਾ। ਇਹ ਸਾਨੂੰ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ ਗੁਰੂ ਦੀ ਕਿਰਪਾ ਦੇ ਨਾਲ ਕਿ ਕਰਮਾਂ ਦੇ ਖੇੜ ਚੋਂ ਕਿੱਦਾਂ ਬਾਹਰ ਨਿਕਲਣ। ਜਦ ਤੱਕ ਹਉਮੈ ਸਰੀਰ ਦੇ ਵਿੱਚ ਰਹੇਗੀ ਤਦ ਤੱਕ ਕਰਮ ਬਣੀ ਜਾਣਗੇ। ਕੱਲੇ ਕਿਸੇ ਦੇ ਕਹਿਣ ਦੇ ਨਾਲ, ਮੇਰੇ ਕਹਿਣ ਦੇ ਨਾਲ ਵੀ ਇਹ ਗੱਲ ਨਹੀਂ ਬਣਨੀ, ਨਾ ਤੁਹਾਡੇ ਕਹਿਣ ਦੇ ਨਾਲ ਗੱਲ ਬਣਨੀ ਹੈ। ਜਦ ਵੀ ਅਸੀਂ ਕੋਈ ਕਰਮ ਕਰਦੇ ਹਾਂ ਇਹਦੇ ਵਿੱਚ ਦੇਖੀਏ ਕਿ ਜਦ ਸਾਨੂੰ ਫਲ ਦੀ ਪ੍ਰਾਪਤੀ ਹੁੰਦੀ ਉਸ ਚੀਜ਼ ਦੀ, ਤੇ ਜੇ ਇੱਛਤ ਫਲ ਹੋਵੇ ਤਾਂ ਫਿਰ ਅਸੀਂ ਬਹੁਤ ਹਰਸ਼ਿਤ ਹੋ ਜਾਂਦੇ ਹਾਂ, ਖੁਸ਼ ਹੋ ਜਾਂਦੇ ਹਾਂ। ਜੇ ਅਨਿਛਤ ਹੋਵੇ ਤਾਂ ਫਿਰ ਆਪਾਂ ਰੋਸ ਕਰਦੇ ਹਾਂ ਉਸ ਚੀਜ਼ ਦਾ। ਤੇ ਜੋ ਬੰਦਾ ਨਾ ਖੁਸ਼ ਹੋਵੇ ਨਾ ਦੁੱਖ ਨੂੰ ਪ੍ਰਾਪਤ ਹੋਵੇ, ਭਾਵ ਉਹਦੇ ਵਿੱਚ ਹਉਮੈ ਨਹੀਂ ਹੈ, ਉਹੋ ਜਿਹਾ ਬੰਦਾ ਫਿਰ ਕਰਮ ਨਹੀਂ ਬਣਾਉਂਦਾ ਅੱਗੇ। ਕਿਉਂ? ਕਿਉਂਕਿ ਉਹਨੂੰ ਅਸਲ ਦੇ ਵਿੱਚ ਗੁਰੂ ਦੀ ਪ੍ਰਾਪਤੀ ਹੋਈ ਹੈ, ਉਹਨੇ ਗੁਰਬਾਣੀ ਦੀ ਪੰਕਤੀਆਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ। ਤੇ ਫਿਰ ਕਰਮ ਨਹੀਂ ਬਣਦੇ। ਕੱਲੇ ਮੇਰੇ ਕਹਿਣ ਦੇ ਨਾਲ ਜੀ ਨਹੀਂ ਹੁਣ ਤੁਹਾਡੇ ਕਰਮ ਨਹੀਂ ਬਣਦੇ, ਹੁਣ ਤੁਸੀਂ ਜੋ ਮਰਜ਼ੀ ਕਰੋ, ਇਦਾਂ ਨਹੀਂ ਗੱਲ ਬਣਨੀ। ਗੁਰੂ ਦੇ ਆਸ਼ੇ ਅਨੁਸਾਰ ਸਾਨੂੰ ਆਪਣੇ ਜੀਵਨ ਨੂੰ ਢਾਲਣਾ ਪੈਣਾ। ਫਿਰ ਮਨਮਤ ਦਾ ਨਾਸ਼ ਹੋ ਜਾਂਦਾ ਹੈ, ਗੁਰਮਤ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਜਨਮਾਂ ਦੇ ਗੇੜ ਦੇ ਵਿੱਚ ਅਸੀਂ ਨਹੀਂ ਪੈਂਦੇ। ਹਾਂਜੀ। सुख दुखे जन्म मृत्यु दैवात एव इत निश्चयी साध्य दर्शी निरास्य कुर्वन अप न लिप्यते। ਹਾਂ, ਕਹਿੰਦੇ ਨੇ ਕਿ ਜੋ ਸਾਨੂੰ ਪਿੱਛੋਂ ਕਰਮ ਦਾ ਧੱਕਾ ਅਕਾਲ ਪੁਰਖ ਨੇ ਦਿੱਤਾ ਹੈ ਉਹਦੇ ਅਨੁਸਾਰ ਸਾਨੂੰ ਦੁੱਖ ਸੁੱਖ ਦੋਨੋਂ ਹੀ ਪ੍ਰਾਪਤ ਹੋਣੇ ਆ।
ਜਿਵੇਂ ਕੋਈ ਐਡਵੈਂਚਰ ਸਪੋਰਟਸ ਜਾਂ ਆਪਾਂ ਕੋਈ ਐਡਵੈਂਚਰ ਪਾਰਕ ਦੇ ਵਿੱਚ ਚੱਲ ਜਾਈਏ, ਵਾਟਰ ਪਾਰਕ ਦੇ ਵਿੱਚ ਚੱਲ ਜਾਈਏ, ਤੇ ਪਿੱਛੋਂ ਆਪਾਂ ਉਚਾਈ ਦੇ ਉੱਤੇ ਚੜ੍ਹ ਕਰਕੇ ਕਿਸੇ ਸਲਾਈਡ ਦੇ ਉੱਤੇ ਬੈਠਦੇ ਹਾਂ, ਤੇ ਨਾਲ ਨਾਲ ਪਾਣੀ ਵਗੀ ਜਾਂਦਾ, ਤੇ ਉਸ ਸਲਾਈਡ ਦੇ ਉੱਤੇ ਬਹਿ ਗਏ, ਜਦ ਕਿਸੇ ਨੇ ਸਾਨੂੰ ਪਿੱਛੋਂ ਧੱਕਾ ਦੇ ਦਿੱਤਾ, ਤੇ ਜਿੰਨੇ ਉਹਦੇ ਵਿੱਚ ਮੋੜ ਆਣੇ ਨੇ, ਜਿੰਨੇ ਉਹਦੇ ਵਿੱਚ ਉਤਰਾਵ ਚੜਾਵ ਹੋਣੇ ਨੇ, ਉਹ ਤਾਂ ਸਾਨੂੰ ਸਹਿਣੇ ਹੀ ਪੈਣੇ ਆ, ਹੈਨਾ। ਇਵੇਂ ਹੀ ਜਦ ਸਾਨੂੰ ਜਨਮ ਮਹਾਰਾਜ ਨੇ ਦਿੱਤਾ ਹੈ, ਤੇ ਜੋ ਇਹਦੇ ਵਿੱਚ ਉਤਾਰ ਚੜਾਵ ਸੁੱਖ ਦੁੱਖ ਦੇ ਰੂਪ ਦੇ ਵਿੱਚ ਆਉਣੇ ਆ, ਉਹ ਤਾਂ ਆਉਣਗੇ ਹੀ ਆਉਣਗੇ, ਚਾਹੇ ਤੁਸੀਂ ਚਾਹੋ ਉਹਨੂੰ ਨਾ ਚਾਹੋ। ਜੇ ਇੱਕ ਵਾਰੀ ਸਲਾਈਡ ਦੇ ਉੱਤੇ ਬਹਿ ਗਏ ਤੇ ਥੱਲੇ ਤਾਂ ਜਾਣਾ ਹੀ ਪੈਣਾ, ਜੇ ਵਿੱਚ ਰਹਿ ਗਏ ਤਾਂ ਫਸ ਜਾਵਾਂਗੇ, ਉੱਤੇ ਜਾ ਨਹੀਂ ਸਕਦੇ, ਪਾਣੀ ਦਾ ਵੇਗ ਹੈ। ਇਵੇਂ ਹੀ ਕਾਲ ਦਾ ਜਿਹੜਾ ਵੇਗ ਹੈ ਸਾਨੂੰ ਪਿੱਛੇ ਨਹੀਂ ਜਾਣ ਦਿੰਦਾ। ਜਿਵੇਂ ਪਾਣੀ ਦਾ ਵੇਗ ਉਹ ਸਲਾਈਡ ਦੇ ਉੱਤੇ ਹੁੰਦਾ ਤੇ ਉਹਦੇ ਕਰਕੇ ਤਿਲਕਣ ਹੋ ਜਾਂਦਾ ਤੇ ਅਸੀਂ ਉੱਤੇ ਨਹੀਂ ਚੜ ਸਕਦੇ, ਇਵੇਂ ਕਾਲ ਸਾਨੂੰ ਪਿੱਛੇ ਨਹੀਂ ਜਾਣ ਦਿੰਦਾ। ਅਸੀਂ ਆਪਣੇ ਸਰੀਰ ਨੂੰ ਪਿੱਛੇ ਨਹੀਂ ਲੈ ਕਰਕੇ ਜਾ ਸਕਦੇ, ਬਚਪਨ ਦੇ ਵਿੱਚ ਨਹੀਂ ਲੈ ਕਰਕੇ ਜਾ ਸਕਦੇ, ਨਾ ਅੱਗੇ ਲੈ ਕਰਕੇ ਜਾ ਸਕਦੇ ਹਾਂ। ਜਿਵੇਂ ਪਾਣੀ ਦਾ ਵੇਗ ਹੈ, ਜਿਵੇਂ ਆਪਣੀ ਸਪੀਡ ਬਣਦੀ ਹੈ, ਉਸੇ ਅਨੁਸਾਰ ਸਾਨੂੰ ਜਾਣਾ ਪਵੇਗਾ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾहेंगे। ਸੋ ਜੋ ਮਹਾਰਾਜ ਨੇ ਸਾਨੂੰ ਇਹਦੇ ਜਨਮ ਦੇ ਵਿੱਚ ਦੁੱਖ ਸੁੱਖ ਦਿੱਤੇ ਆ, ਉਹਨੂੰ ਮਹਾਰਾਜ ਦੀ ਹੀ ਦਾਤ ਮੰਨਣੀ ਚਾਹੀਦੀ ਹੈ, ਤੇ ਇਹਨੂੰ ਪ੍ਰੈਕਟਿਸ ਕਰਨ ਲਈ ਦੁੱਖ ਮਹਾਰਾਜ ਨੇ ਦਿੱਤੇ ਆ ਸਾਨੂੰ। ਮਹਾਂਪੁਰਖ ਕਹਿੰਦੇ ਨੇ ਕਿ ਜੇ ਕੋਈ ਭਗਤੀ ਦੇ ਮਾਰਗ ਤੇ ਹੋਵੇ ਨਾ, ਤੇ ਅਕਾਲ ਪੁਰਖ ਦੀ ਉਹਦੇ ਉੱਤੇ ਕਿਰਪਾ ਹੋਵੇ। ਤੇ ਕਿਰਪਾ ਵੀ ਤਦ ਹੁੰਦੀ ਹੈ ਕਿ ਜਦ ਬੰਦਾ ਨਿਸ਼ਕਾਮ ਭਗਤੀ ਕਰਦਾ ਹੈ, ਤੇ ਫਿਰ ਅਕਾਲ ਪੁਰਖ ਕੀ ਕਹਿੰਦਾ ਹੈ, ਉਹਨੂੰ ਕੀ ਦਾਤ ਦਿੰਦਾ, ਦੁੱਖਾਂ ਦੀ ਦਾਤ ਦਿੰਦਾ ਹੈ। ਜਦ ਦੁੱਖ ਦਿੰਦਾ ਹੈ ਤੇ ਗੁਰਬਾਣੀ ਦੀ ਪੰਕਤੀ ਯਾਦ ਆਉਂਦੀ ਹੈ, ਦੁੱਖ ਦਾਰੂ ਸੁਖ ਰੋਗ ਪਿਆ। ਫਿਰ ਉਸ ਦੁੱਖ ਦੇ ਵੇਲੇ ਬੰਦਾ ਕੋਸ਼ਿਸ਼ ਕਰਦਾ ਹੈ ਪਰਮਾਤਮਾ ਨੂੰ ਯਾਦ ਰੱਖਣ ਦੀ, ਤੇ ਫਿਰ ਹੌਲੀ ਹੌਲੀ ਕਰਕੇ ਉਸ ਦੁੱਖਾਂ ਤੋਂ ਵੀ ਨਿਰਲੇਪ ਹੋ ਜਾਂਦਾ ਹੈ, ਤੇ ਯਾਦ ਰਹਿ ਜਾਂਦੀ ਪਰਮੇਸ਼ਰ ਦੀ। ਤੇ ਫਿਰ ਸੁੱਖ ਜਦ ਦਿੰਦਾ ਹੈ ਮਹਾਰਾਜ, ਤੇ ਫਿਰ ਸੁੱਖ ਦੇ ਵਿੱਚ ਵੀ ਉਹਦੀ ਸ਼ੁਕਰ ਹੁੰਦੀ ਹੈ, ਤੇ ਸੁੱਖ ਦੇ ਨਾਲ ਨਹੀਂ ਜੁੜਦਾ, ਪਰਮੇਸ਼ਰ ਦੇ ਨਾਲ ਫਿਰ ਜੁੜਦਾ ਹੈ। ਇਵੇਂ ਜਦ ਤੱਕ ਪ੍ਰਾਣੀ ਇਹਨਾਂ ਚੱਕਰਾਂ ਦੇ ਵਿੱਚ ਪੱਕਾ ਨਹੀਂ ਹੋ ਜਾਂਦਾ, ਦੁੱਖ ਸੁੱਖ ਨੂੰ ਸਮਝ ਨਹੀਂ ਮਾਣਦਾ, ਤਦ ਤੱਕ ਇਹ ਜਨਮ ਮਰਨ ਦੇ ਗੇੜ ਦੇ ਵਿੱਚ ਰਹੇਗਾ। ਚਾਹੇ ਉਹ ਜਿੰਨਾ ਹੀ ਯਤਨ ਕਰ ਲਵੇ, ਜਿੰਨੇ ਪੁੰਨ ਕਰਮ ਕਰ ਲਵੇ, ਉਹਦੇ ਨਾਲ ਇਹਦੀ ਗਤੀ ਨਹੀਂ ਹੋਣੀ। ਜਦ ਤੱਕ ਸੁੱਖ ਦੁੱਖ ਨੂੰ ਸਮ ਕਰਕੇ ਨਹੀਂ ਜਾਣਦੇ, ਤਦ ਤੱਕ ਗਤੀ ਨਹੀਂ ਹੋਣੀ ਹੈ। ਮੇਰੇ ਵਰਗੇ ਜਿਹੜੇ ਵਿਆਹੇ ਹੋਏ ਲੋਕ ਨੇ, ਮੈਂ ਉਹਨਾਂ ਲਈ ਕਹਿ ਰਿਹਾ, ਜਿਹੜੇ ਵਿਆਹੇ ਹੋਏ ਉਹਨਾਂ ਨੂੰ ਤਾਂ ਪਤਾ ਹੀ ਆ ਦੁੱਖ ਸੁੱਖ ਦੀ ਜਿਹੜੀ ਗੇੜ ਹੈ ਤੇ ਗਤੀ ਆ, ਸਵੇਰੇ ਕੁਝ ਹੁੰਦਾ ਤੇ ਸ਼ਾਮ ਨੂੰ ਕੁਝ ਹੋ ਜਾਂਦਾ, ਘੜੀ ਘੜੀ ਉਹ ਬਦਲਦਾ ਰਹਿੰਦਾ। ਘਰੇ ਕੋਈ ਕਲੇਸ਼ ਜਿਹਾ ਹੋ ਗਿਆ ਤੇ ਫਿਰ ਚਲੋ ਜੱਫੀਆਂ ਪਾ ਲਈਆਂ, ਫਿਰ ਕਲੇਸ਼ ਹੋ ਗਿਆ। ਇਹਦੇ ਵਿੱਚ ਜਿਹੜਾ ਬੰਦਾ ਦੁੱਖ ਸੁੱਖ ਨੂੰ ਸਮ ਕਰਕੇ ਮੰਨ ਲਵੇ, ਉਹਦੀ ਤਾਂ ਗਤੀ ਕਹੀ ਨਹੀਂ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ। ਜਿਹਨੇ ਇਹਨੂੰ ਮੰਨ ਲਿਆ ਕਿ ਇਹ ਤਾਂ ਗੇੜ ਚੱਲਦਾ ਹੀ ਰਹਿਣਾ, ਉਹਦੀ ਗਤੀ ਫਿਰ ਮਹਾਰਾਜ ਕਹਿੰਦੇ ਇਹ ਤਾਂ ਬਿਆਨ ਤੋਂ ਬਾਹਰ ਹੈ, ਕੋਈ ਨਹੀਂ ਦੱਸ ਸਕਦਾ। ਹਾਂਜੀ। चिन्तया जायते दुःखं न अन्यथा इह इत निश्चयी तया हीनः सुखी शांत सर्वत्र गलत सृप है। ਹਾਂ, ਸੰਸਾਰੀ ਮਨੁੱਖ ਕੀ ਕਰਦਾ ਹੈ, ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਉਹਦੇ ਫਲ ਦੀ ਪ੍ਰਾਪਤੀ ਦੇ ਬਾਰੇ ਸੋਚਦਾ ਹੈ ਕਿ ਫਲ ਕੀ ਪ੍ਰਾਪਤ ਹੋਏਗਾ। ਤੇ ਇਵੇਂ ਹੀ ਭਗਤੀ ਦੇ ਮਾਰਗ ਦੇ ਉੱਤੇ ਕੋਈ ਨਵਾਂ ਨਵਾਂ ਬੰਦਾ ਤੁਰਦਾ ਨਾ, ਉਹ ਸੋਚਦਾ ਹੈ ਕਿ ਜੇ ਮੈਂ 10 ਕੁ ਪਾਠ ਜਪਜੀ ਸਾਹਿਬ ਦੇ ਕਰ ਲਾਂ, ਮੈਨੂੰ ਕੀ ਮਿਲੂਗਾ। ਮੈਂ 16 ਮਾਲਾ ਮੂਲ ਮੰਤਰ ਦੀ ਕਰ ਲਾਂ, ਮੈਨੂੰ ਕੀ ਪ੍ਰਾਪਤ ਹੋਵੇਗਾ। ਮੈਂ ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲਵਾਂ, ਮੇਰੇ 24 ਘੰਟੇ ਸਫਲ ਹੋ ਜਾਣਗੇ। ਫਿਰ ਉਹ ਇੱਕ ਹੀ ਪਾਠ ਕਰਦਾ ਹੈ ਦਿਨ ਦੇ ਵਿੱਚ। ਤੇ ਇਸ ਪ੍ਰਕਾਰ ਜਦ ਆਪਾਂ ਫਲ ਦੀ ਇੱਛਾ ਕਰਦੇ ਹਾਂ, ਤੇ ਚਲੋ ਠੀਕ ਹੈ, ਇਹ ਲਾਲਚ ਹੈ, ਪਰ ਲਾਲਚ ਤੋਂ ਜਦ ਆਪਾਂ ਉੱਚੇ ਉੱਠ ਕਰਕੇ ਨਿਸ਼ਕਾਮ ਭਗਤੀ ਕਰਦੇ ਹਾਂ, ਉਹਦੇ ਵਰਗਾ ਆਨੰਦ ਕਿਸੇ ਨੂੰ ਨਹੀਂ ਪ੍ਰਾਪਤ ਹੋ ਸਕਦਾ। ਭਾਵ ਪ੍ਰਾਪਤ ਹੀ ਨਹੀਂ ਹੋ ਸਕਦਾ, ਨਾ ਇਸ ਲੋਕ ਦੇ ਵਿੱਚ ਇਹੋ ਜਿਹਾ ਆਨੰਦ ਕਿਤੇ ਨੂੰ ਕਿਸੇ ਨੂੰ ਮਿਲ ਸਕਦਾ, ਤੇ ਸਵਰਗਾਂ ਦੇ ਵਿੱਚ ਵੀ ਇਹੋ ਜਿਹਾ ਸੁੱਖ ਨਹੀਂ ਜਿਹੜਾ ਬੰਦਾ ਨਿਸ਼ਕਾਮ ਭਗਤੀ ਕਰਦਾ। ਤੇ ਉਸ ਨਿਸ਼ਕਾਮ ਭਗਤੀ ਦੇ ਵਿੱਚ ਉਹ ਚਾਹੇ ਬਸ ਦਿਨ ਦੇ ਵਿੱਚ ਬੈਠ ਕਰਕੇ ਸਿਰਫ ਇੱਕ ਮੰਤਰ ਦਾ ਹੀ ਜਾਪ ਕਰ ਲਵੇ, ਤੇ ਉਹੋ ਜੀ ਗਤੀ ਕੋਈ ਬਿਆਨ ਨਹੀਂ ਕਰ ਸਕਦਾ ਕਿ ਉਹਨੂੰ ਕਿੰਨਾ ਕੁ ਸੁੱਖ ਮਿਲ ਰਿਹਾ। ਉਹ ਨਹੀਂ ਚਾਹੁੰਦਾ, ਕੋਈ ਪ੍ਰਭਤਾ ਨਹੀਂ ਚਾਹੁੰਦੇ,
ਉਹ ਨਹੀਂ ਚਾਹੁੰਦਾ ਮੇਰਾ ਨਾਮ ਹੋ ਜਾਵੇ, ਮੈਨੂੰ ਚੌਧਰ ਮਿਲ ਜਾਵੇ, ਮੈਨੂੰ ਲੋਕ ਜਾਣਨ ਲੱਗ ਜਾਣ। ਉਹ ਨਹੀਂ ਚਾਹੁੰਦਾ ਮੈਂ ਹੋਰ ਸੰਗਤ ਵਧਾ ਲਾਂ। ਹਾਂਜੀ, ਇਵੇਂ ਇਹ ਜੋ ਚੀਜ਼ਾਂ ਨੇ, ਚਲੋ ਹੈ ਵੀ ਠੀਕ ਹੈ, ਸੰਸਾਰ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ, ਕਿਸੇ ਨੂੰ ਪਦਵੀ ਦੀ ਵੀ ਲੋੜ ਹੈ, ਪਰ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਜਾਂਦਾ ਹੈ ਮਹਾਰਾਜ ਦੀ ਕਿਰਪਾ ਦੇ ਨਾਲ, ਉਹਦੇ ਮਨ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਬਿਆਨ ਤੋਂ ਬਾਹਰ ਹੈ। ਕਿਉਂ? ਕਿਉਂਕਿ ਜਦ ਕੋਈ ਭਗਤੀ ਕਰਦਾ ਤੇ ਫਲ ਪਹਿਲਾਂ ਰੱਖਦਾ ਮਨ 'ਚ, ਪਰ ਜਿਹੜਾ ਨਿਸ਼ਕਾਮ ਕਰ ਰਿਹਾ ਹੈ ਉਹ ਪਹਿਲਾਂ ਮਹਾਰਾਜ ਨੂੰ ਰੱਖਦਾ ਹੈ, ਵਿਚਕਾਰ ਵੀ ਮਹਾਰਾਜ ਨੂੰ ਰੱਖਦਾ ਹੈ, ਅੰਤ ਦੇ ਵਿੱਚ ਵੀ ਮਹਾਰਾਜ ਨੂੰ ਰੱਖਦਾ ਹੈ। ਜਿਹੜਾ ਫਲ ਦੀ ਇੱਛਾ ਕਰਦਾ ਹੈ ਪਹਿਲਾਂ ਫਲ ਰੱਖਦਾ ਹੈ, ਮਦ ਦਾ ਭੋਗ ਪੈਂਦਾ ਹੈ ਤੇ ਫਲ ਦੀ ਇੱਛਾ ਰੱਖਦਾ ਹੈ, ਅੰਤ ਦੇ ਵਿੱਚ ਫਿਰ ਫਲ ਦੀ ਇੱਛਾ ਕਰਦਾ ਹੈ, ਹੁਣ ਮਹਾਰਾਜ ਮੈਨੂੰ ਦੇਣਗੇ। ਜੇ ਮਹਾਰਾਜ ਭਗਤ ਦੇ ਭਲੇ ਲਈ ਕੋਈ ਚੀਜ਼ ਹੋਵੇ ਉਹਨੂੰ ਦੇ ਦਿੰਦੇ ਨੇ, ਜੇ ਉਹਦੇ ਹਉਮੈ ਨੂੰ ਵਧਾਉਣ ਵਾਲੀ ਚੀਜ਼ ਹੋਵੇ ਤਾਂ ਫਿਰ ਮਹਾਰਾਜ ਸੰਕੋਚ ਲੈਂਦੇ ਨੇ ਉਸ ਚੀਜ਼ ਨੂੰ। ਪਰ ਪ੍ਰਾਣੀ ਫਿਰ ਦੁਖੀ ਹੋ ਜਾਂਦੇ ਕਿ ਮੈਨੂੰ ਫਲ ਦੀ ਤਾਂ ਪ੍ਰਾਪਤੀ ਨਹੀਂ ਹੋਈ। ਸੋ ਮਹਾਰਾਜ ਕਹਿੰਦੇ ਨੇ ਕਿ ਚਿੰਤਤ ਹੀ ਦਿਸੈ ਸਭ ਕੋਈ। ਜਦ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਬੰਦਾ ਚਿੰਤਾ ਦੇ ਵਿੱਚ ਹੋ ਜਾਂਦਾ। ਆਪ ਭਗਤੀ ਕਰਦੇ ਹੋਏ ਵੀ ਉਹ ਚਿੰਤਾ ਦੇ ਵਿੱਚ ਪੈ ਜਾਂਦਾ ਕਿ ਖਰੇ ਹੋਵੇ ਮੇਰੀ ਵੀ ਇੱਛਾ ਪੂਰੀ ਕਿ ਨਹੀਂ ਹੋਵੇ। ਪਰ ਜਿਹੜਾ ਨਿਸ਼ਕਾਮ ਕਰ ਰਿਹਾ ਉਹਨਾਂ ਤੋਂ ਕੋਈ ਚਿੰਤਾ ਹੀ ਨਹੀਂ, ਉਹਨੂੰ ਸਿਰਫ ਨਾਮ ਦਾ ਹੀ ਰੰਗ ਹੈ। ਹਾਂਜੀ, ਸੋ ਮਹਾਰਾਜ ਕਹਿੰਦੇ ਨੇ ਕਿ ਜੋ ਲੋ ਹੋ ਕਿਛ ਸੋਚੋ, ਚਿਤਵੋ ਤਉ ਲੋ ਦੁੱਖ ਨ ਭਰੇ। ਜਦ ਤੱਕ ਮਨ ਦੇ ਵਿੱਚ ਇਹੋ ਜਿਹੀ ਇੱਛਾਵਾਂ ਹੋਣਗੀਆਂ ਤਦ ਤੱਕ ਇਹਨੂੰ ਦੁੱਖ ਦਾ ਮਾਰ ਸਹਿਣਾ ਪੈਣਾ। ਹਾਂਜੀ, ਤੇ ਸੋ ਦੁੱਖ ਸੁੱਖ ਨੂੰ ਸਮ ਕਰਕੇ ਜਾਣਨਾ ਇਹ ਬਹੁਤ ਉੱਚੀ ਗੱਲ ਹੈ। ਭਾਵੇਂ ਤੁਸੀਂ ਅਗਨ ਤਪ ਕਰ ਲਓ, 5 ਅਗਨੀਆਂ ਜਲਾ ਕਰਕੇ ਗਰਮੀਆਂ ਦੇ ਵਿੱਚ ਤੇ ਵਿਚਕਾਰ ਬੈਠ ਜਾਓ, ਉਸ ਬੰਦੇ ਦਾ ਵੀ ਤਪ ਬਹੁਤ ਛੋਟਾ ਪੈ ਜਾਂਦਾ ਹੈ ਉਸ ਬੰਦੇ ਅੱਗੇ ਜਿਹਨੇ ਨਿਸ਼ਕਾਮ ਭਗਤੀ ਕੀਤੀ ਹੈ ਤੇ ਦੁੱਖ ਸੁੱਖ ਨੂੰ ਸਭ ਮੰਨ ਲਿਆ। ਇਹ ਸਭ ਤੋਂ ਵੱਡੀ ਭਗਤੀ ਹੈ। ਮਹਾਰਾਜ ਵੀ ਇਹਨਾਂ ਭਗਤਾਂ ਤੋਂ ਬਲ ਜਾਂਦੇ ਨੇ। ਠੀਕ ਹੈ ਜੀ, ਤੇ ਇਹਨਾਂ ਦਾ ਲੋਕ ਵੀ ਸੌਖੇ ਤਰੀਕੇ ਨਾਲ ਨਿਕਲ ਜਾਂਦਾ ਤੇ ਪਰਲੋਕ ਦੇ ਵਿੱਚ ਜੈ ਜੈਕਾਰ ਹੁੰਦੀ ਹੈ ਇਹਨਾਂ ਦੀ। ਤਾਂ ਇਹੋ ਜਿਹੇ ਭਗਤ ਸਾਨੂੰ ਬਣਨ ਦੀ ਲੋੜ ਹੈ। ਮਹਾਰਾਜ ਕਿਰਪਾ ਕਰਨ, ਸਾਨੂੰ ਇਹੋ ਜਿਹੀ ਦਾਤ ਬਖਸ਼ਣ। ਹਾਂਜੀ। ਨਾ ਅਹੰ ਦੇਹ ਨਾ ਮੈਂ ਦੇਹ, ਬੋਧ ਹੈ ਅਹੰ ਇਤ ਨਿਸ਼ਚਈ, ਕੈਵਲਿਅੰਗ ਇਵ ਸੰਪ੍ਰਾਪਤ ਹੈ ਨ ਸਮਰਥ ਅਕ੍ਰਿਤੰ ਕ੍ਰਿਤੰ। ਕੋਈ ਵੀ ਚੀਜ਼ ਦੀ ਜਦ ਪ੍ਰਾਪਤੀ ਹੁੰਦੀ ਹੈ, ਉਸ ਪ੍ਰਾਪਤੀ ਤੋਂ ਪਹਿਲਾਂ ਆਪਾਂ ਉਸ ਬਾਰੇ ਸੋਚ ਕਰਕੇ ਹੀ ਖੁਸ਼ ਹੋ ਜਾਂਦੇ ਹਾਂ। ਤੇ ਫਿਰ ਇਹ ਸੋਚਣ ਦਾ ਵਿਸ਼ਾ ਹੈ, ਜਦ ਕੋਈ ਵਸਤੂ ਸਾਨੂੰ ਪ੍ਰਾਪਤ ਹੀ ਨਹੀਂ ਹੋਈ ਤੇ ਪਹਿਲਾਂ ਕਿਵੇਂ ਖੁਸ਼ ਹੋ ਗਏ? ਉਹ ਵਸਤੂ ਤਾਂ ਹਜੇ ਮਿਲੀ ਨਹੀਂ। ਤੇ ਇੱਕ ਇਹ ਪ੍ਰਕਾਰ ਦੀ ਖੁਸ਼ੀ ਹੈ। ਦੂਜੇ ਪ੍ਰਕਾਰ ਦੀ ਖੁਸ਼ੀ ਹੈ ਜਦ ਆਪਾਂ ਉਸ ਵਸਤੂ ਨੂੰ ਕਮਾਉਣ ਦੇ ਲਈ, ਪਾਉਣ ਦੇ ਲਈ ਕੋਈ ਯਤਨ ਕਰੀਏ ਤੇ ਉਹ ਯਤਨ ਕਰਦੇ ਹੋਏ ਵੀ ਸਾਨੂੰ ਇੱਕ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਤੇ ਫਿਰ ਸੋਚੋ ਕਿ ਵਸਤੂ ਤਾਂ ਹਜੇ ਪ੍ਰਾਪਤ ਨਹੀਂ ਹੋਈ ਤੇ ਫਿਰ ਇਹ ਖੁਸ਼ੀ ਕਿੱਧਰੋਂ ਆ ਰਹੀ ਹੈ? ਤੇ ਫਿਰ ਜਦੋਂ ਵਸਤੂ ਸਾਡੇ ਸਾਹਮਣੇ ਦਿਸਣ ਲੱਗ ਜਾਵੇ ਤੇ ਫਿਰ ਬੰਦਾ ਹਰਸ਼ਿਤ ਹੋ ਜਾਂਦਾ। ਹਜੇ ਹੱਥ ਦੇ ਵਿੱਚ ਨਹੀਂ ਆਈ, ਨਾ ਆਪਾਂ ਪ੍ਰਯੋਗ ਕੀਤਾ ਉਹਦਾ, ਉਹ ਦਿਸ ਰਹੀ ਹੈ ਸਾਹਮਣੇ, ਫਿਰ ਉਹ ਖੁਸ਼ ਹੋ ਜਾਂਦਾ ਬੰਦਾ। ਫਿਰ ਸੋਚੋ ਕਿ ਖੁਸ਼ੀ ਕਿੱਧਰੋਂ ਆ ਰਹੀ ਹੈ? ਫਿਰ ਜਦ ਹੱਥ ਦੇ ਵਿੱਚ ਆ ਜਾਵੇ ਤੇ ਅਲੱਗ ਪ੍ਰਕਾਰ ਦੀ ਖੁਸ਼ੀ ਹੈ। ਫਿਰ ਜਦ ਉਹਨੂੰ ਵਰਤਣ ਲੱਗ ਜਾਵੇ ਵਸਤੂ ਨੂੰ ਤੇ ਫਿਰ ਅਲੱਗ ਪ੍ਰਕਾਰ ਦੀ ਖੁਸ਼ੀ ਹੈ। ਪਰ ਜਿਵੇਂ ਜਿਵੇਂ ਉਸ ਵਸਤੂ ਨੂੰ ਵਰਤਣ ਲੱਗਦਾ ਹੈ ਤੇ ਵਰਤਦਾ ਰਹਿੰਦਾ ਹੈ ਤੇ ਖੁਸ਼ੀ ਉਹਦੀ ਮੱਧਮ ਪਈ ਜਾਂਦੀ ਹੈ ਤੇ ਫਿਰ ਕਿਸੇ ਹੋਰ ਵਸਤੂ ਵੱਲ ਧਿਆਨ ਧਰਦਾ ਹੈ। ਪਰ ਜਦ ਵਸਤੂ ਇਹਦੇ ਹੱਥ ਦੇ ਵਿੱਚ ਨਹੀਂ ਸੀ ਤਦ ਵੀ ਇਹਨੂੰ ਖੁਸ਼ੀ ਸੀ, ਤੇ ਜਦ ਸਾਹਮਣੇ ਸੀ ਉਹ ਵਸਤੂ ਤਦ ਵੀ ਇਹਨੂੰ ਖੁਸ਼ੀ ਸੀ, ਤੇ ਜਦ ਵਸਤੂ ਦਾ ਪ੍ਰਯੋਗ ਕਰ ਲਿਆ, ਹੁਣ ਦੂਜੇ ਵਸਤੂ ਦੇ ਬਾਰੇ ਧਿਆਨ ਧਰਦਾ, ਫਿਰ ਇਹਨੂੰ ਖੁਸ਼ੀ ਹੋ ਗਈ। ਤਾਂ ਇਹਦਾ ਇਹ ਮਤਲਬ ਹੁੰਦਾ ਕਿ ਵਸਤੂ ਦੇ ਵਿੱਚ ਖੁਸ਼ੀ ਨਹੀਂ ਸੀ। ਫਿਰ ਜਦ ਵਸਤੂ ਅੱਖਾਂ ਦੇ ਸਾਹਮਣੇ ਹੀ ਨਹੀਂ ਸੀ ਤਦ ਵੀ ਖੁਸ਼ੀ ਸੀ, ਹੁਣ ਦੂਜੀ ਖੁਸ਼ੀ ਦੇ ਵਿੱਚ ਆ ਕਰਕੇ ਆ ਗਿਆ। ਤੇ ਫਿਰ ਖੁਸ਼ੀ ਦਾ ਸੋਮਾ ਕਿੱਥੇ ਹੈ? ਵਸਤੂ ਦੇ ਵਿੱਚ ਹੈ ਕਿ ਮੇਰੇ ਅੰਦਰ ਹੈ? ਭਾਵ ਮੇਰੇ ਅੰਦਰ ਹੀ ਹੈ।
ਤੇ ਫਿਰ ਉਹ ਖੁਸ਼ੀ ਸਾਨੂੰ ਇਦਾਂ ਕਿਉਂ ਪ੍ਰਤੀਤ ਹੁੰਦਾ ਕਿ ਉਹ ਵਸਤੂ ਦੇ ਵਿੱਚ ਖੁਸ਼ੀ ਹੈ? ਉਹ ਇਸ ਕਰਕੇ ਹੁੰਦਾ ਹੈ ਕਿ ਉਹ ਛਿਣ ਭਰ ਦੇ ਲਈ ਨਾ, ਜਦ ਆਪਾਂ ਉਸ ਵਸਤੂ ਨੂੰ ਸੋਚਦੇ ਹਾਂ, ਸਾਡਾ ਮਨ ਇਕਾਗਰਚਿਤ ਹੋ ਜਾਂਦਾ ਹੈ ਉਸੇ ਵਸਤੂ ਤੇ। ਠੀਕ ਹੈ। ਤੇ ਸਾਨੂੰ ਇਦਾਂ ਲੱਗਦਾ ਹੈ ਕਿ ਉਸ ਵਸਤੂ ਦੇ ਵਿੱਚ ਸੁੱਖ ਹੈ ਜਾਂ ਉਸ ਵਸਤੂ ਦੇ ਵਿੱਚ ਦੁੱਖ ਹੈ। ਦੁੱਖ ਹੈ ਤਾਂ ਆਪਾਂ ਭੱਜਦੇ ਹਾਂ, ਸੁੱਖ ਹੈ ਤਾਂ ਉਹਦੇ ਕੋਲ ਜਾਂਦੇ ਹਾਂ। ਪਰ ਹੌਲੀ ਹੌਲੀ ਕਰਕੇ ਜਦ ਆਪਾਂ ਉਸ ਵਸਤੂ ਦਾ ਪ੍ਰਯੋਗ ਕਰੀ ਜਾਂਦੇ ਹਾਂ, ਅੱਕ ਜਾਂਦੇ ਹਾਂ ਤੇ ਉਹਦਾ ਤਿਆਗ ਕਰ ਦਿੰਦੇ ਹਾਂ, ਟੁੱਟ ਜਾਂਦਾ ਆ ਜੋ ਵੀ ਹੈ, ਤੇ ਫਿਰ ਆਪਾਂ ਦੂਜੇ ਤੇ ਚਲ ਜਾਂਦੇ ਹਾਂ। ਫਿਰ ਸਾਡਾ ਮਨ ਦੂਜੇ ਵਸਤੂ ਦੇ ਇਕਾਗਰ ਹੋ ਜਾਂਦਾ। ਭਾਵ ਇਹ ਹੈ ਕਿ ਜਦ ਸਾਡਾ ਮਨ ਇਕਾਗਰ ਚਿੱਤ ਹੁੰਦਾ ਹੈ ਤੇ ਫਿਰ ਸਾਨੂੰ ਆਨੰਦ ਆਉਂਦਾ ਹੈ। ਤੇ ਕਿਉਂ ਨਾ ਆਪਾਂ ਆਪਣਾ ਮਨ ਹਮੇਸ਼ਾ ਹੀ ਇਕਾਗਰ ਚਿੱਤ ਰੱਖੀਏ, ਤੇ ਉਹ ਵੀ ਇਹੋ ਜਿਹੀ ਵਸਤੂ ਦੇ ਵਿੱਚ ਜੋ ਕਦੇ ਜਿਸ ਚੀਜ਼ ਦਾ ਨਾਸ਼ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਨੇ ਕਿਹਾ ਹੈ, ਇੱਕ ਅਕਾਲ ਪੁਰਖ ਦੀ ਸਾਧਨਾ ਕਰੋ। ਅਨੇਕ ਦੀ ਸਾਧਨਾ ਨਹੀਂ ਹੁੰਦੀ। ਅਨੇਕ ਤਾਂ ਵਸਤੂ ਰੂਪੀ ਹੋ ਗਏ, ਜਿਹੜੇ ਅਨੇਕ ਦੇਵੀ ਦੇਵਤੇ ਨੇ। ਜੇ ਕੋਈ ਸ਼ਿਵ ਜੀ ਨੂੰ ਧਿਆਉਂਦਾ, ਸ਼ਿਵਰਾਤਰੀ ਆਉਂਦੀ ਹੈ ਤੇ ਸ਼ਿਵ ਜੀ ਦਾ ਜਾਪ ਕਰ ਲਿਆ, ਏਕਾਦਸ਼ੀ ਹੋ ਗਈ ਤਾਂ ਫਿਰ ਕ੍ਰਿਸ਼ਨ ਜੀ ਨੂੰ ਧਿਆਉਣ ਲੱਗ ਜਾਂਦੇ ਨੇ, ਦੁਸ਼ਹਿਰਾ ਹੋ ਗਿਆ ਮਾਤਾ ਨੂੰ ਧਿਆਉਣ ਲੱਗ ਜਾਂਦੇ ਨੇ। ਭਾਵ ਇਹ ਹੈ ਕਿ ਮਨ ਹਮੇਸ਼ਾ ਹੀ ਇੱਕ ਵਸਤੂ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ ਡੋਲਦਾ ਰਹਿੰਦਾ ਹੈ। ਇਸ ਕਰਕੇ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਤੁਸੀਂ ਇੱਕ ਦੇ ਹੀ ਜਾਪ ਕਰੋ, ਇੱਕ ਦਾ ਹੀ ਸਾਧਨਾ ਕਰੋ, ਇੱਕ ਨੂੰ ਮਨਾਓ ਤੇ ਇੱਕ ਦੀ ਹੀ ਪੂਜਾ ਕਰੋ। ਤੇ ਹੌਲੀ ਹੌਲੀ ਉਸ ਇੱਕ ਨੂੰ ਆਪਣੇ ਵਿੱਚ ਹੀ ਦੇਖੋ। ਕਿਉਂਕਿ ਜਦ ਮੈਂ ਤੇ ਇੱਕ ਅਕਾਲ ਪੁਰਖ ਦੋ ਚੀਜ਼ਾਂ ਹੋ ਗਈਆਂ, ਤੇ ਫਿਰ ਮੇਰੇ ਮਨ ਜੋ ਹੈ ਭੱਜੂਗਾ, ਕਿਉਂਕਿ ਦੋ ਚੀਜ਼ਾਂ ਹੋ ਗਈਆਂ। ਜਦ ਇੱਥੇ ਵੀ ਹੋ, ਸਾਹਮਣੇ ਵੀ ਹੋ, ਤੇ ਅੱਖਾਂ ਦੇ ਪਿੱਛੇ ਵੀ ਹੋ, ਅੱਖਾਂ ਤੋਂ ਅਲੋਪ ਵੀ ਉਹੀ ਹੈ, ਤੇ ਫਿਰ ਮੇਰਾ ਮਨ ਕਿੱਧਰ ਨੂੰ ਭੱਜੂ? ਭਾਵ ਇੱਕ ਤੇ ਹੀ ਜਾਊਗਾ, ਹਮੇਸ਼ਾ ਹੀ ਮੈਂ ਉਸ ਆਨੰਦ ਦੇ ਵਿੱਚ ਰਵਾਂਗਾ। ਹਾਂਜੀ। ਸੋ ਇਹ ਹੈ ਮਨੋਵਿਗਿਆਨ। ਉਸ ਇੱਕ ਨੂੰ ਧਿਆਉਣ ਦਾ ਜੋ ਫਲ ਹੈ, ਮਹਾਤਮ ਹੈ, ਉਹੀ ਅਸ਼ਟਾਵਕਰ ਜੀ ਕਹਿ ਰਹੇ ਨੇ। ਕਹਿੰਦੇ ਨੇ ਕਿ ਜਿਸ ਨੂੰ ਇਹ ਨਿਸ਼ਚਾ ਹੈ ਕਿ ਮੈਂ ਦੇਹ ਨਹੀਂ, ਮੈਂ ਉਹ ਹਾਂ, ਮੇਰੇ ਵਿੱਚ ਉਹਦੀ ਸ਼ਕਤੀ ਹੈ ਤੇ ਉਹੀ ਮੈਥੋਂ ਕੰਮ ਕਰਾਉਂਦਾ, ਤੇ ਫਿਰ ਉਹ ਜਿਉਂਦੇ ਜੀ ਜੀਵਨ ਮੁਕਤ ਹੈ। ਤੇ ਜਦ ਸਰੀਰ ਛੱਡੂਗਾ ਵਿਦੇਹ ਮੁਕਤ ਹੋ ਜਾਊਗਾ। ਹਾਂਜੀ। ਸੋ ਜਿਉਂਦੇ ਜੀ ਮੁਕਤ ਹੋਣਾ ਹੀ ਸਾਡਾ ਲਕਸ਼ ਹੈ। ਇਹ ਨਹੀਂ ਕਿ ਮਰਨ ਦੇ ਬਾਅਦ ਮੁਕਤੀ। ਜਿਹੋ ਜਿਹਾ ਆਨੰਦ ਸਾਨੂੰ ਰਹਿੰਦੇ ਹੋਏ, ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ, ਜੋ ਆਨੰਦ ਸਾਡੇ ਮਨ ਨੂੰ ਹੁਣ ਹੈ, ਜੋ ਅਵਸਥਾ ਮਨ ਦੀ ਹੁਣ ਹੈ, ਉਹੀ ਅਵਸਥਾ ਸਾਡੇ ਸਰੀਰ ਤਿਆਗਣ ਦੇ ਵਿੱਚ ਹੋਣੀ ਹੈ। ਸੋ ਦੇਖ ਲਓ, ਹੁਣੀ ਝਾਤੀ ਮਾਰੋ ਆਪਣੇ ਮਨ ਦੇ ਵਿੱਚ, ਕੀ ਤੁਸੀਂ ਆਨੰਦਿਤ ਹੋ ਜਾਂ ਤੁਸੀਂ ਸੁੱਖ ਦੁੱਖ ਦੇ ਵਿੱਚ ਫਸੇ ਹੋਏ ਹੋ? ਜੇ ਸੁੱਖ ਦੁੱਖ ਦੇ ਵਿੱਚ ਫਸੇ ਹੋਏ ਹੋ, ਡੋਲਦੇ ਰਹਿੰਦੇ ਹੋ, ਤਾਂ ਉਹੋ ਜੀ ਗਤੀ ਨੂੰ ਪ੍ਰਾਪਤ ਕਰੋਗੇ ਸਰੀਰ ਨੂੰ ਛੱਡ ਕੇ। ਜੇ ਹੁਣ ਤੁਸੀਂ ਇਕਾਗਰ ਚਿੱਤ ਹੋ, ਪ੍ਰਭੂ ਦੇ ਚਰਨਾਂ ਦੇ ਨਾਲ ਤੁਸੀਂ ਪ੍ਰੇਮ ਜੋੜਿਆ ਹੋਇਆ ਹੈ, ਸੋ ਉਹੋ ਜੀ ਗਤੀ ਤੁਹਾਡੇ ਸਰੀਰ ਛੱਡਣ ਦੇ ਵਿੱਚ ਵੀ ਹੋਵੇਗੀ। ਹਾਂਜੀ। आब्राह्मः स्तंभ पर्यंतम अहम एव इत निश्चयी निर्विकल्पः शुच शांतः प्राप्त अप्राप्त विनिर्वतः। ਵਾਹ ਵਾਹ ਵਾਹ। ਇਹ ਜਿਹੜਾ ਸ਼ਲੋਕ ਅਸ਼ਟਵਕਰ ਗੀਤਾ ਦੇ ਵਿੱਚ ਮਹਾਰਾਜ ਨੇ ਦੱਸਿਆ ਹੈ, ਇਹਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਨਾਮੇ ਨਾਰਾਇਣ ਨਾਹੀ ਭੇਦ। ਹਾਂਜੀ। ਭਗਤ ਨਾਮਦੇਵ ਜੀ ਮਹਾਰਾਜ ਦਾ ਇਹ ਉਚਾਰਨ ਕੀਤਾ ਹੈ। ਕਹਿੰਦੇ ਨੇ ਕਿ ਨਾਮੇ ਨਾਰਾਇਣ ਨਾਹੀ ਭੇਦ। ਕੀ ਕਹਿ ਰਹੇ ਨੇ? ਕਿ ਨਾਮਦੇਵ ਜਿਹਨੂੰ ਜਗਤ ਜਾਣਦਾ ਹੈ ਕਿ ਇਹ ਨਾਮਦੇਵ ਹੈ, ਤੇ ਇੱਕ ਨਾਮ ਜਪਣ ਵਾਲਾ ਹੈ ਨਾਰਾਇਣ ਦਾ, ਨਾਰਾਇਣ ਦਾ ਜਾਪ ਕਰਦਾ ਹੈ ਨਾਮਦੇਵ। ਇਹਨਾਂ ਵਿੱਚ ਕੋਈ ਅੰਤਰ ਨਹੀਂ। ਜਪਣ ਵਾਲਾ ਵੀ ਨਾਰਾਇਣ ਹੀ ਹੈ ਤੇ ਨਾਰਾਇਣ ਹੀ ਆਪਣਾ ਜਾਪ ਕਰਦਾ ਹੈ। ਸੁਖਮਨੀ ਸਾਹਿਬ ਦਾ ਪਾਠ ਕਰੀਏ, ਅਸ਼ਟਪਦੀ ਦੇ ਵਿੱਚ ਆਉਂਦਾ ਨੇ ਕਿ ਉਹ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਆਪ ਨੂੰ ਬਣਾ ਕਰਕੇ ਆਪਣੇ ਆਪ ਦਾ ਹੀ ਨਾਮ ਦਾ ਜਾਪ ਕਰਦਾ ਹੈ। ਇਵੇਂ ਜੋ ਭਗਤ ਜਨ ਹਨ ਸੰਸਾਰ ਦੇ ਉੱਤੇ, ਚਾਹੇ ਕਿਸੇ ਵੀ ਧਰਮ ਦੇ ਹੋਣ, ਜੇ ਉਹ ਨਾਮ ਜਪਦੇ ਨੇ, ਉਹ ਪਰਮੇਸ਼ਰ ਸਰੂਪ ਨੇ।
ਕੋਈ ਵੀ ਨਾਮ ਜਪਣ ਵਾਲਾ ਪਰਮੇਸ਼ਰ ਸਰੂਪ ਹੈ, ਕਿਉਂਕਿ ਨਾਮ ਦੇ ਵਿੱਚ, ਨਾਮੀ ਦੇ ਵਿੱਚ ਤੇ ਜਿਹੜਾ ਨਾਮ ਜਪਿਆ ਜਾ ਰਿਹਾ ਹੈ ਉਹਦੇ ਵਿੱਚ ਕੋਈ ਭੇਦ ਨਹੀਂ ਹੈ, ਗੁਰਬਾਣੀ ਕਹਿ ਰਹੀ ਹੈ। ਹਾਂਜੀ। ਤੇ ਗਿਆਨੀ ਸ਼ੇਰ ਸਿੰਘ ਜੀ ਮਹਾਰਾਜ ਨੇ ਜਦ ਮੱਥਾ ਟੇਕਿਆ ਪ੍ਰੇਮਾਨੰਦ ਜੀ ਨੂੰ, ਤੇ ਹੁਣ ਗੁਰਬਾਣੀ ਦੇ ਉਪਦੇਸ਼ ਦੇ ਨਾਲ ਤੁਸੀਂ ਝਾਤੀ ਮਾਰੋ, ਕਰੋ ਵਿਚਾਰ ਇਸ ਦਾ, ਗੁਰਬਾਣੀ ਕੀ ਕਹਿ ਰਹੀ ਹੈ ਤੇ ਸੰਸਾਰ ਕੀ ਕਹਿ ਰਿਹਾ। ਸੰਸਾਰ ਉਹਦੇ ਵਿੱਚ ਦੋਸ਼ ਦ੍ਰਿਸ਼ਟੀ ਦੇਖਦਾ ਹੈ, ਗੁਰਬਾਣੀ ਸਾਨੂੰ ਕਹਿ ਰਹੀ ਨਹੀਂ ਕਿ ਨਾਮੇ ਨਾਰਾਇਣ ਨਹੀਂ ਭੇਦ, ਕਿ ਜੋ ਨਾਮ ਜਪਣ ਵਾਲਾ ਹੈ ਤੇ ਨਾਰਾਇਣ ਦੇ ਵਿੱਚ ਕੋਈ ਭੇਦ ਹੀ ਨਹੀਂ। ਤੇ ਕਿਉਂ ਨਾ ਇਹੋ ਜਿਹੇ ਮਹਾਂਪੁਰਖਾਂ ਦੇ ਸਾਹਮਣੇ ਸਾਡਾ ਸ਼ੀਸ਼ ਝੁਕੇ। ਜਿਹੜਾ ਵੀ ਬੰਦਾ ਨਾਮ ਜਪਦਾ ਹੈ, ਨਾਮ ਦੇ ਵਿੱਚ ਹੀ ਉਹਦਾ ਮਨ ਲੱਗਿਆ ਰਹਿੰਦਾ ਹੈ ਹਮੇਸ਼ਾ, ਉਹ ਤਾਂ ਨਾਰਾਇਣ ਰੂਪ ਹੀ ਹੋ ਗਿਆ, ਕਿਉਂਕਿ ਉਹਦੀ ਹਉਮੈ ਤਾਂ ਰਹੀ ਨਹੀਂ। ਅੱਗੇ ਮਹਾਰਾਜ ਕਹਿੰਦੇ ਨੇ, ਏਕ ਸਬਾਜੋ ਦੂਜਾ ਕੋ ਨਹੀਂ। ਇਹ ਸੰਸਾਰ ਦੇ ਵਿੱਚ ਦੂਜੀ ਵਸਤੂ ਦਾ ਕਦੇ ਜਨਮ ਹੀ ਨਹੀਂ ਹੋਇਆ। ਮੈਂ ਤੇ ਤੁਸੀਂ ਕਦੇ ਹੋਏ ਹੀ ਨਹੀਂ। ਸੰਸਾਰ ਨੂੰ ਜਿਸ ਪ੍ਰਕਾਰ ਅਸੀਂ ਦੇਖਦੇ ਹਾਂ, ਸੰਸਾਰ ਕਦੇ ਹੋਇਆ ਹੀ ਨਹੀਂ। ਇਹ ਵੀ ਸੰਸਾਰ ਜੇ ਤੂੰ ਦੇਖਦਾ ਹੈ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹਰ ਰੋਜ਼ ਹੀ ਪੜ੍ਹਦੇ ਆ, ਨਿਤਨੇਮ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆ, ਕੋਈ ਸ਼ੁਭ ਕਾਰਜ ਹੋ ਜਾਵੇ ਫਿਰ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆ। ਪਰ ਕਿਸੇ ਨੇ ਇਸ ਚੀਜ਼ ਦਾ ਵਿਚਾਰ ਕੀਤਾ ਹੈ ਪੜ੍ਹਦੇ ਹੋਏ? ਜੇ ਨਹੀਂ ਕੀਤਾ, ਹੁਣ ਅਵਸਰ ਕੱਢੋ ਤੇ ਗੁਰਬਾਣੀ ਦਾ ਤੁਸੀਂ ਧਿਆਨ ਧਰੋ ਕਿ ਮਹਾਰਾਜ ਕੀ ਕਹਿ ਰਹੇ ਨੇ। ਅਸੀਂ ਤਾਂ ਸੰਸਾਰ ਨੂੰ ਵੱਖਰਾ ਮੰਨਿਆ ਹੋਇਆ ਹੈ, ਸੰਸਾਰ ਦੇ ਵਿੱਚ ਆਪਣੇ ਆਪ ਨੂੰ ਵੱਖਰਾ ਮੰਨਿਆ ਹੋਇਆ ਹੈ, ਗੁਰੂ ਨੂੰ ਵੱਖਰਾ ਮੰਨਿਆ ਹੋਇਆ ਹੈ, ਭਗਤਾਂ ਨੂੰ ਵੱਖਰਾ ਮੰਨਿਆ ਹੋਇਆ ਹੈ, ਧਰਮਾਂ ਨੂੰ ਵੱਖਰਾ ਮੰਨਿਆ ਹੋਇਆ ਹੈ। ਕਿੰਨਾ ਵੱਖਰੇਵਾ ਪਾਇਆ ਹੋਇਆ ਤੇ ਮਨ ਤਾਂ ਖਿੰਡਿਆ ਰਹੂਗਾ, ਏਕਤਾ ਹੀ ਨਹੀਂ ਹੋਈ ਕਦੇ। ਇੱਕ ਹੈ ਆਪ ਅਨੇਕ ਹੈ ਭਾਤ, ਤੋ ਜੋ ਅਨੇਕਤਾ ਸਾਨੂੰ ਦਿਸ ਰਹੀ ਹੈ ਉਹ ਕੌਣ ਹੈ? ਗੁਰਬਾਣੀ ਕਹਿ ਰਹੇ ਨੇ ਕਿ ਇੱਕ ਅਕਾਲ ਪੁਰਖ ਨੇ ਅਨੇਕ ਰੂਪ ਧਾਰੇ ਹੋਏ ਨੇ। ਕਿਤੇ ਉਹ ਜਗਤ ਰੂਪ ਹੋ ਕਰਕੇ ਬੈਠਾ ਹੈ, ਕਿਤੇ ਉਹ ਭਗਤ ਰੂਪ ਹੋ ਕਰਕੇ ਬੈਠਾ ਹੈ। ਹਾਂਜੀ, ਕਿਤੇ ਉਹ ਵਿਕਾਰੀ ਮਨੁੱਖ ਦੇ ਰੂਪ ਦੇ ਵਿੱਚ ਦਿਖ ਰਿਹਾ ਹੈ ਸਾਨੂੰ। ਅਕਾਲ ਉਸਤਤ ਦੀ ਬਾਣੀ ਪੜ੍ਹੀਏ, ਮਹਾਰਾਜ ਕੀ ਕਹਿ ਰਹੇ ਨੇ। ਕਿਤੇ ਉਹ ਵੇਦ ਰੂਪ ਹੋ ਕਰਕੇ ਪ੍ਰਕਾਸ਼ ਹੈ, ਕਿਤੇ ਕੁਰਾਨ ਦੇ ਰੂਪ ਦੇ ਵਿੱਚ ਪ੍ਰਕਾਸ਼ ਹੈ, ਕਿਤੇ ਗੁਰਬਾਣੀ ਰੂਪ ਦੇ ਵਿੱਚ ਪ੍ਰਕਾਸ਼ ਹੈ, ਪਰ ਹੈ ਤਾਂ ਇੱਕ ਅਕਾਲ ਪੁਰਖ ਹੀ ਸਭ ਜਗ੍ਹਾ। ਇੱਕ ਹੈ ਆਪ ਅਨੇਕ ਹੈ ਭਾਤ। ਜਿਵੇਂ ਮਿੱਟੀ ਇੱਕ ਹੁੰਦੀ ਹੈ, ਘੁਮਿਆਰ ਵੱਖਰੇ ਵੱਖਰੇ ਹੋ ਸਕਦੇ ਆ, ਪਰ ਜਦੋਂ ਭਾਂਡਾ ਤਿਆਰ ਹੋ ਜਾਂਦਾ ਹੈ ਤਾਂ ਮਿੱਟੀ ਦਾ ਹੀ। ਪਰ ਘੁਮਿਆਰ ਜਿਹੜਾ ਹੈ ਉਹ ਵੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਮਿੱਟੀ ਹੈ ਹੀ ਇੱਕ ਤੱਤ, ਤੇ ਨਾਲ ਪਾਣੀ ਮਿਲਾ ਦਈਏ ਤੇ ਉਹ ਵੀ ਇੱਕ ਹੈ। ਇਵੇਂ ਜਦ ਅਨੇਕ ਬਰਤਨ ਬਣੇ ਹੋਏ ਨੇ, ਉਹਨੂੰ ਬਣਾਉਣ ਵਾਲਾ ਵੀ ਇੱਕ ਹੈ ਤੇ ਬਰਤਨ ਰੂਪ ਵੀ ਇੱਕ ਹੀ ਹੈ। ਹੋਰ ਦੂਜੀ ਵਸਤੂ ਸੰਸਾਰ 'ਚ ਨਹੀਂ। ਸੋ ਇਹਦਾ ਤੁਸੀਂ ਅਭਿਆਸ ਕਰੋ, ਜੋ ਤੁਹਾਨੂੰ ਦਿਸਦਾ ਹੈ ਸੰਸਾਰ 'ਚ ਉਹਦਾ ਇਹੀ ਜਾਪ ਕਰਨਾ, ਮਹਾਰਾਜ ਇਹ ਤੁਹਾਡਾ ਹੀ ਰੂਪ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਕੀਤਾ ਵੀ ਹੈ, ਜਲੇ ਤੂ ਹੀ ਥਲੇ ਤੂ ਹੀ। ਹਾਂਜੀ, ਜਲੇ ਹਰੀ ਥਲੇ ਹਰੀ। ਜਲ ਰੂਪ ਵੀ ਮਹਾਰਾਜ ਤੁਸੀਂ ਹੋ, ਥਲ ਰੂਪ ਵੀ ਤੁਸੀਂ ਹੋ, ਆਕਾਸ਼ ਰੂਪ ਵੀ ਤੁਸੀਂ ਹੋ। ਸਭ ਜਗ੍ਹਾ ਮਹਾਰਾਜ ਤੁਹਾਡਾ ਹੀ ਰੂਪ ਹੈ। ਹਾਂਜੀ। ਨਾਨਾ ਆਸ਼ਚर्यं इदं विश्वं न किंचत इत निश्चयी निर्वासनः स्फुरित मात्रः न किंचत इव शाम्यत। ਇਹਦੇ ਵਿੱਚ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਤ੍ਰਿਸ਼ਨਾ ਅਗਨ ਜਲੈ ਸੰਸਾਰ। ਤ੍ਰਿਸ਼ਨਾ ਦੇ ਅਗਨ ਦੇ ਨਾਲ ਭਾਵ ਮੈਂ ਕਿਸੇ ਚੀਜ਼ ਨੂੰ ਪ੍ਰਾਪਤ ਕਰ ਲਵਾਂ ਤੇ ਉਸ ਚੀਜ਼ ਨੂੰ ਪ੍ਰਾਪਤ ਕਰਨ ਲਈ ਜੋ ਜੋ ਮੈਨੂੰ ਕਰਮ ਕਰਨੇ ਚਾਹੀਦੇ ਆ ਮੈਂ ਉਹ ਕਰ ਲਾਂ। ਪਰ ਆਪਾਂ ਦੇਖਦੇ ਹਾਂ ਕਈ ਵਾਰੀ ਉਹ ਕਰਮ ਕਰਕੇ ਵੀ ਸਾਨੂੰ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਬੰਦਾ ਫਿਰ ਜਲਦਾ ਹੈ ਕਿ ਸਾਨੂੰ ਵਸਤੂ ਦੀ ਪ੍ਰਾਪਤੀ ਨਹੀਂ ਹੋਈ। ਇਹ ਤ੍ਰਿਸ਼ਨਾ ਅਗਨ ਹਮੇਸ਼ਾ ਹੀ ਮਨ ਦੇ ਵਿੱਚ ਜਲਦਾ ਰਹਿੰਦਾ। ਮਹਾਰਾਜ ਕਹਿੰਦੇ ਤ੍ਰਿਸ਼ਨਾ ਬੂਝੇ ਹਰ ਕੈ ਨਾਮ। ਜਦ ਨਾਮ ਜਪਦੇ ਆ ਤੇ ਫਿਰ ਸਾਨੂੰ ਹੁਕਮ ਦੀ ਸੋਝੀ ਆਉਂਦੀ ਹੈ ਕਿ ਜੋ ਵਸਤੂ ਸਾਨੂੰ ਮਿਲਣੀ ਹੈ ਕਰਮਾਂ ਅਨੁਸਾਰ ਉਹ ਮਿਲ ਕੇ ਰਹੂਗੀ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਨਾਮ ਦੇ ਉੱਤੇ ਨਾਨਕ ਸੰਪਰਦਾ ਚੱਲਦੀ ਹੈ ਅੱਜ, ਉਹ ਇਸੇ ਗੱਲ ਨੂੰ ਉਹਨਾਂ ਨੇ ਧਾਰਿਆ ਹੋਇਆ ਸੀ ਕਿ ਮੈਂ ਤਾਂ ਜੰਗਲਾਂ ਦੇ ਵਿੱਚ ਬੈਠ ਕਰਕੇ ਭਗਤੀ ਕਰਨੀ ਹੈ। ਜੇ ਪਰਮੇਸ਼ਰ ਮੈਨੂੰ ਰੋਟੀ ਦੇਵੇਗਾ ਤੇ ਆ ਜਾਵੇਗੀ, ਨਹੀਂ ਦੇਣਾ ਚਾਹੁੰਦਾ ਤੇ ਨਹੀਂ ਆਵੇਗੀ। ਹੁਕਮ ਦੇ ਵਿੱਚ ਰਹੇ ਨੇ। ਇਵੇਂ ਕੋਈ ਹੁਕਮ ਹੀ ਹੋਵੇ ਤੇ ਫਿਰ ਉਹ ਆਨੰਦ ਨੂੰ ਪ੍ਰਾਪਤ ਕਰਦਾ ਹੈ।
ਤੇ ਗ੍ਰਸਤੀ ਕਿਵੇਂ ਇਸ ਆਨੰਦ ਨੂੰ ਪ੍ਰਾਪਤ ਕਰੇ? ਗ੍ਰਸਤੀ ਤਾਂ ਨਹੀਂ ਤਿਆਗ ਕਰਕੇ ਜੰਗਲਾਂ ਦੇ ਵਿੱਚ ਜਾ ਕਰਕੇ ਭਗਤੀ ਕਰ ਸਕਦਾ। ਤੇ ਗ੍ਰਸਤੀ ਕੀ ਕਰੇ? ਗ੍ਰਸਤੀ ਇਸ ਤਰੀਕੇ ਨਾਲ ਕਰੇ, ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਜੋ ਸੁਭਾਵਿਕ ਇਸ ਸਰੀਰ ਤੋਂ ਹੁੰਦਾ ਹੈ, ਉਹ ਸਾਰਾ ਕੁਝ ਆਪਣੇ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਪਿਤ ਕਰ ਦਿਓ। ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਮਹਾਰਾਜ ਤੁਸੀਂ ਕਰਾਇਆ ਹੈ, ਤੁਹਾਨੂੰ ਅਰਪਿਤ ਹੈ। ਤੇ ਮੇਰੇ ਮਨ ਨੂੰ ਹਮੇਸ਼ਾ ਆਪ ਜੀ ਦੇ ਚਰਨਾਂ ਦੇ ਵਿੱਚ ਲੱਗੇ ਰਹਿਣ ਦੀ ਸੋਝੀ ਬਖਸ਼ੋ। ਹਮੇਸ਼ਾ ਹੀ ਮੇਰੇ ਮਨ ਦੇ ਵਿੱਚ ਨਾਮ ਦਾ ਜਾਪ ਚੱਲਦਾ ਰਹੇ। ਇਸ ਪ੍ਰਕਾਰ ਨਾਲ ਗ੍ਰਸਤੀ ਕਰੇ ਤੇ ਫਿਰ ਉਹ ਗ੍ਰਸਤੀ ਜਿਹੜੇ ਬਾਣਪ੍ਰਸਤ ਨੇ, ਜਿਹੜੇ ਜੰਗਲਾਂ ਦੇ ਵਿੱਚ ਬੈਠਦੇ ਨੇ, ਉਹੋ ਜੀ ਇਹਨਾਂ ਨੂੰ ਵੀ ਸੁੱਖ ਪ੍ਰਾਪਤ ਹੋ ਜਾਂਦਾ, ਘਰ ਦੇ ਵਿੱਚ ਬੈਠੇ ਹੋਏ, ਘਰ ਦੇ ਸਾਰੇ ਕੰਮ ਕਰਦੇ ਹੋਏ। ਸੰਸਾਰ ਮਾਇਆ ਮੋਹ ਮੀਠਾ। ਸੰਸਾਰ ਇੱਕ ਮਾਇਆ ਹੈ, ਸੰਸਾਰ ਨੂੰ ਮਾਇਆ ਕਿਹਾ ਜਾਂਦਾ ਹੈ। ਸੰਸਾਰ ਕੀ ਹੈ? ਸੰਸਾ, ਡਾਊਟ, ਦ્વੈਸ਼, द्वैत, ਡਿਵੈਲਿਟੀ। ਜਿੱਥੇ ਦੋ ਚੀਜ਼ਾਂ ਆ ਜਾਣ ਉੱਥੇ ਹੀ ਮਾਇਆ ਪ੍ਰਗਟ ਹੋ ਜਾਂਦੀ ਹੈ। ਭਗਤ ਜਨ ਦੇਖਦੇ ਨੇ ਅਦਵੈਤ, ਉਹਨਾਂ ਲਈ ਮਾਇਆ ਨਾਸ਼ ਹੋ ਜਾਂਦੀ ਹੈ। ਸੰਸਾਰ ਰੂਪ ਨੂੰ ਵੀ ਮਾਇਆ ਜਾਣ, ਪਰਮੇਸ਼ਰ ਦਾ ਰੂਪ ਜਾਣ ਕਰਕੇ ਦੇਖਦੇ ਨੇ ਤੇ ਅਦਵੈਤ ਨੂੰ ਧਾਰ ਲੈਂਦੇ ਨੇ। ਜਿਹੜੇ ਸੰਸਾਰ ਨੂੰ ਸੰਸਾਰ ਕਰਕੇ ਜਾਣਦੇ ਨੇ ਉਹ ਫਸੇ ਰਹਿੰਦੇ ਨੇ। ਜਿਹੜੇ ਸੰਸਾਰ ਨੂੰ ਪਰਮੇਸ਼ਰ ਰੂਪ ਦੇਖਦੇ ਨੇ ਉਹ ਅਦਵੈਤ ਨੂੰ ਧਾਰ ਕਰਕੇ ਹਮੇਸ਼ਾ ਆਨੰਦ ਤੇ ਰਹਿੰਦੇ ਨੇ। ਨਾਨਕ ਕਹਿਤ ਜਗਤ ਸਭ ਮਿਥਿਆ, ਜਿਉ ਸੁਪਨਾ ਰਹਿ ਨਾਈ। ਜਿਵੇਂ ਰਾਤ ਦੇ ਵਿੱਚ ਦੇਖਿਆ ਹੋਇਆ ਸੁਪਨਾ ਉੱਠ ਕਰਕੇ ਨਾਸ਼ ਹੋ ਜਾਂਦਾ ਹੈ, ਇਵੇਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਜਦ ਆਪਾਂ ਆਪਣੇ ਆਖਰੀ ਸਾਹ ਲੈਂਦੇ ਹਾਂ, ਸਰੀਰ ਨੂੰ ਛੱਡਦੇ ਹਾਂ, ਤੇ ਫਿਰ ਲੱਗਦਾ ਹੈ ਕਿ ਯਾਰ ਜੋ ਵੀ ਸਾਨੂੰ ਸਮਾਂ ਮਿਲਿਆ ਇੱਕ ਤਾਂ ਸੁਪਨੇ ਵਾਂਗ ਹੀ ਲੰਘ ਗਿਆ। ਹੁਣ ਹੀ ਦੇਖ ਲਈਏ, ਜਿਹੜਾ ਸਾਡਾ ਬਚਪਨਾ ਸੀ, ਸਾਨੂੰ ਲੱਗਦਾ ਕਿ ਹੁਣ ਕੱਲ ਤਾਂ ਦਾ ਦਿਨ ਸੀ। ਥੋੜੇ ਦਿਨ ਹੀ ਹੋਏ ਸੀ ਪਹਿਲਾਂ ਸਕੂਲ ਜਾਂਦੇ ਸੀ, ਹੁਣ ਕੋਈ ਆਪਣੇ ਬੱਚੇ ਖਿਡਾ ਰਿਹਾ, ਹੈਨਾ। ਤੇ ਬੱਚੇ ਨੂੰ ਦੇਖਦੇ ਦੇਖਦੇ ਆਪਣੇ ਪੁਰਾਣੇ ਦਿਨ ਚੇਤੇ ਕਰਦੇ ਨੇ, ਯਾਰ ਕੱਲ ਦਾ ਦਿਨ ਸੀ, ਮੈਂ ਵੀ ਛੋਟਾ ਜਿਹਾ ਸੀਗਾ। ਤੇ ਇਸ ਕਰਕੇ ਇਹ ਸਾਰਾ ਹੀ ਜਗਤ ਸੁਪਨੇ ਵਾਂਗ ਹੈ, ਕਦੇ ਇਹ ਰਹਿਣ ਵਾਲਾ ਨਹੀਂ। ਇਨ ਮੈਂ ਕਛ ਸਾਚੋ ਨਹੀਂ। ਜਗਤ ਦਾ ਰੂਪ ਜੋ ਹੈ ਕਾਲ ਪੁਰਖ ਹੈ। ਜੇ ਆਪਾਂ ਕਹਿ ਲਿਆ ਕਿ ਪਰਮੇਸ਼ਰ ਦੇ ਇਹ ਰੂਪ ਹੈ ਸੰਸਾਰ, ਤੇ ਪਰਮੇਸ਼ਰ ਤਾਂ ਹਮੇਸ਼ਾ ਰਹਿਣ ਵਾਲਾ ਹੈ। ਉਸ ਪਰਮੇਸ਼ਰ ਦੇ ਦੋ ਰੂਪ ਨੇ, ਗੁਰਬਾਣੀ ਵੀ ਕਹਿੰਦੀ ਹੈ ਤੇ ਸ਼ਾਸਤਰਾਂ ਨੇ ਵੀ ਇਹੀ ਗੱਲ ਕਹੀ ਹੈ। ਇੱਕ ਹੈ ਉਹਦਾ ਕਾਲ ਪੁਰਖ ਸਰੂਪ, ਭਾਵ ਸਮੇਂ ਰੂਪ। ਜੋ ਸੰਸਾਰ ਹੈ ਇਹ ਚਾਰ ਯੁੱਗਾਂ ਦੇ ਵਿੱਚ ਨੇ, ਠੀਕ ਹੈ। ਇਹ ਰਚਨਾ ਜੋ ਹੈ ਇਹ ਚਾਰ ਯੁੱਗਾਂ ਦੇ ਵਿੱਚ ਹੁੰਦਾ, ਤੇ ਚਾਰ ਯੁੱਗ ਅਨੇਕ ਵਾਰ ਹੁੰਦੇ ਨੇ। ਇਦਾਂ ਨਹੀਂ ਹੁੰਦਾ ਕਿ ਹੁਣ ਚਾਰ ਯੁੱਗ ਹੋਏ ਤੇ ਫਿਰ ਇਹਦੇ ਬਾਅਦ ਸੁਨ ਸਮਾਦ ਹੋ ਗਿਆ ਤੇ ਫਿਰ ਬਾਅਦ ਬਹੁਤ ਸਾਲਾਂ ਬਾਅਦ ਫਿਰ ਚਾਰ ਯੁੱਗ ਹੋਣਗੇ, ਇਦਾਂ ਨਹੀਂ। ਚਾਰ ਯੁੱਗਾਂ ਦੀ ਚੌਂਕੜੀ ਲੱਗਦੀ ਹੈ, ਬਹੁਤ ਵਾਰੀ ਲੱਗਦੀ ਹੈ। ਤੇ ਕਿਹਾ ਜਾਂਦਾ ਹੈ ਕਿ ਬ੍ਰਹਮਾ ਜੀ ਦੇ 12 ਘੰਟਿਆਂ ਦੇ ਵਿੱਚ 1000 ਵਾਰੀ ਚਾਰ ਯੁੱਗ ਲੰਘਦੇ ਨੇ, ਠੀਕ ਹੈ ਜੀ। 12 ਘੰਟਿਆਂ ਦੇ ਵਿੱਚ 4 ਵਾਰੀ 1000 ਯੁੱਗ ਲੰਘਦੇ ਨੇ, 1000 ਵਾਰੀ। ਤੇ ਸੋਚ ਲਓ ਕਿੰਨੇ ਯੁੱਗਾਂ ਦੀ ਰਚਨਾ ਹੁੰਦੀ ਹੈ। ਇਵੇਂ ਜੋ ਸੰਸਾਰ ਰੂਪੀ ਮਾਇਆ ਸਾਨੂੰ ਦਿਸ ਰਹੀ ਹੈ, ਇਹ ਪ੍ਰਭੂ ਦਾ ਕਾਲ ਸਰੂਪ ਹੈ। ਇਹ ਸਥਿਰ ਰਹਿਣ ਵਾਲਾ ਸਰੂਪ ਨਹੀਂ, ਪਰ ਇਸ ਕਾਲ ਸਰੂਪ ਦੇ ਪਿੱਛੇ ਇੱਕ ਸ਼ਕਤੀ ਚੱਲਦੀ ਹੈ, ਉਹ ਹੈ ਅਕਾਲ ਨਿਰਗੁਣ ਸਰੂਪ। ਉਹ ਹਮੇਸ਼ਾ ਹੀ ਰਹਿਣ ਵਾਲਾ ਹੈ। ਸੋ ਆਪਣੇ ਹਿਰਦੇ ਦੇ ਵਿੱਚ ਉਹ ਅਕਾਲ ਪੁਰਖ ਸਰੂਪ ਦਾ ਧਿਆਨ ਧਰੋ। ਤੇ ਜੋ ਕਾਲ ਰੂਪ ਸਾਨੂੰ ਸਰਗੁਣ ਰੂਪ ਦਿਸ ਰਿਹਾ ਹੈ ਪਰਮੇਸ਼ਰ ਦਾ, ਇਹਦੇ ਪਿੱਛੇ ਵੀ ਉਹੀ ਸ਼ਕਤੀ ਨੂੰ ਦੇਖੋ, ਇਹਦੇ ਪਿੱਛੇ ਵੀ ਉਹੀ ਸ਼ਕਤੀ ਕੰਮ ਕਰਦੀ ਹੈ। ਹੋਰ ਕੋਈ ਵੀ ਨਹੀਂ, ਦੂਜੀ ਸ਼ਕਤੀ ਹੈ ਹੀ ਨਹੀਂ। ਦੂਜਾ ਕਾਹੇ ਸਿਮਰਿਏ ਜੰਮੇ ਤੋਂ ਮਰ ਜਾਏ। ਦੂਜੀ ਜਿਹੜੀ ਚੀਜ਼ ਸਾਨੂੰ ਦਿਸਦੀ ਹੈ ਉਹ ਹੈ ਦੇਹ, ਪੰਜ ਤੱਤ। ਇਹ ਤਾਂ ਬਣਤਨ ਇਹਦਾ, ਜਿਵੇਂ ਕੋਈ ਭਾਂਡਾ ਤਿਆਰ ਕਰੀਏ ਮਿੱਟੀ ਦਾ, ਤੇ ਉਸੇ ਮਿੱਟੀ ਦਾ ਭਾਂਡਾ ਬਣਿਆ ਹੁੰਦਾ। ਪਹਿਲਾਂ ਮਿੱਟੀ ਰੂਪ ਹੁੰਦਾ, ਤੇ ਜਦ ਭਾਂਡਾ ਬਣ ਗਿਆ ਤਦ ਵੀ ਉਹ ਉਹੀ ਮਿੱਟੀ ਰੂਪ ਹੈ। ਜਦ ਟੁੱਟ ਜਾਂਦਾ ਤਾਂ ਫਿਰ ਆਪਣੇ ਤੱਤਾਂ ਦੇ ਵਿੱਚ ਰਲ ਜਾਂਦਾ, ਤਾਂ ਫਿਰ ਮਿੱਟੀ ਰੂਪ ਹੈ। ਇਵੇਂ ਹੀ ਦੇਹ ਮਾਤਾ ਪਿਤਾ ਦੇ ਸੰਗਮ ਦੇ ਨਾਲ ਬਣਿਆ। ਜੋ ਉਹਨਾਂ ਨੇ ਖਾਧਾ ਸੀ ਖੁਰਾਕ, ਉਹਦੇ ਨਾਲ ਸਾਡਾ ਸਰੀਰ ਬਣਿਆ ਮਾਤਾ ਦੇ ਗਰਭ ਦੇ ਵਿੱਚ।
ਤੇ ਜੋ ਇਸ ਜੀਵਨ ਦੇ ਵਿੱਚ ਅਸੀਂ ਖਾਦਾ ਹੈ ਉਹਦੇ ਨਾਲ ਸਾਡਾ ਇਹ ਸਰੀਰ ਬਣਦਾ ਰਿਹਾ। ਜੋ ਖਾਦਾ ਉਹ ਵੀ ਪੰਜ ਤੱਤ, ਸਰੀਰ ਵੀ ਪੰਜ ਤੱਤ। ਜਦ ਛੱਡਾਂਗੇ ਅਗਨੀ ਨੂੰ, ਇਹਨੂੰ ਸੁਆਹ ਕਰ ਦੇਣਾ ਹੈ, ਫਿਰ ਇਹ ਪੰਜਾਂ ਤੱਤਾਂ 'ਚ ਰਲ ਜਾਊਗਾ। ਪਰ ਇਹਦੇ ਵਿੱਚ ਜੋ ਆਤਮ ਹੈ ਉਹਦਾ ਕਦੇ ਨਾਸ਼ ਨਹੀਂ ਹੁੰਦਾ। ਸੋ ਆਪਾਂ ਉਸ ਆਤਮਾ ਦੇ ਨਾਲ ਜੁੜਨਾ ਹੈ। ਤੇ ਉਹਦੇ ਨਾਲ ਕਿਵੇਂ ਜੁੜੋਗੇ? ਨਿਸ਼ਕਾਮ ਭਗਤੀ, ਹੋਰ ਕੋਈ ਸਾਧਨ ਨਹੀਂ ਹੈ। ਨਿਸ਼ਕਾਮ ਭਗਤੀ ਕਰਨੀ, ਦੁੱਖ ਸੁੱਖ ਨੂੰ ਸਮ ਕਰਨ ਦਾ ਅਭਿਆਸ ਕਰਨਾ, ਤੇ ਹਮੇਸ਼ਾ ਪ੍ਰਭੂ ਦੇ ਨੂੰ ਸਿਮਰਦੇ ਰਹਿਣਾ। ਇਹ ਤਿੰਨ ਚੀਜ਼ਾਂ ਨੇ। ਇਸ ਤੋਂ ਸਿਵਾ ਕੋਈ ਚੌਥੀ ਉਪਾਏ ਨਹੀਂ, ਕੋਈ ਹੋਰ ਤਰੀਕਾ ਨਹੀਂ, ਕੋਈ ਹੋਰ ਜੁਗਤੀ ਨਹੀਂ। ਹਾਂਜੀ, ਸੋ ਇੱਥੇ ਆਪਾਂ 11ਵਾਂ ਅਧਿਆਇ ਦੀ ਅੱਜ ਸਮਾਪਤੀ ਕਰਦੇ ਹਾਂ, ਤੇ ਫਿਰ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।